ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ। जिस में अमृत ज्ञान है मानक भगत वैराग, गुरु ग्रंथ साहिब उदद बंदों कर अनुराग। जजन भजन मम खालसा, खालसा पूजब जोग, दास गोबिंद फतेह खालसा, दर्श परस मिटे सोग। आत्म रस जो जानही सो है खालस देव, प्रभ मह मोह मह तास मह रंचक नाहिन पेव। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जीओ। दोहरा अबै हकीकत मैं कहो, सुनो संत लाए प्रीत। मणि सिंह जी रख सिखी महा शहीदी लीत। वाहिगुरू जी का खालसा, वाहिगुरू जी की फतेह। सतगुरां दी साजी नवाजी होई, गुरु रूप गुरु खालसा साध संगत जियो। जिनके भाग बड़े हैं भाई, तिन साधु संग मुख जुरे। महावाक अनुसार संध्या के दीवाना विच हाजरियां भर के अपना जीवन सफला बना रहे हो। बड़े वड्डे भाग होण तां सतसंग दीयां इह सुभागीआं घड़ियां प्राप्त हुंदियां ने। और हर रोज़ शाम के दीवान विच जिथे गुरु इतिहास की कथा हुंदी है, उत्थे श्री गुरु पंथ प्रकाश की कथा भी आप जी सरवण कर रहे हो। जदों खालसा पंथ महाराज दसवें पातशाह ने साजिया ते खंडे की धार विचों साजिया, उस सूरबीर बहादुर योधियां दे पंथ नूं वड्डे भारी संकटां दा सामना भी करना पिया। पर पंथ दे सुचੱਜੇ जरनैलों की गवाही विच जथेदार बाबा दरबारा सिंह जी, बाबा कपूर सिंह जी नवाब और भाई साहब भाई मनी सिंह जी के नेतृत्व विच यह पंथ खालसा चढ़दियां कलां विच रहा। बड़े बड़े सियाणे सिंह अगवाई कर रहे सन, जिन्हां दी भावनावां सच्चियां सुच्चियां सन। सो हुण भाई साहब भाई मनी सिंह जी जो दरबार साहब जी के पुजारी हैं, मुख हैड ग्रंथी सिंह साहिबान, जिन्हों ने बहुत लंबा समा गुरु साहिबां की संगत की है। भाई साहब भाई मनी सिंह जी का पिछोकड़ राजपूत घराने दे विच पवार गोत दे विच महाराजा शांतल होया है। जैसलमेर का राजा, उथों भाई साहब जी का वड्डियां दा परिवार 15वीं सदी दे विच जदों उत्थे जंग युद्ध होए ते राजे सांतल पवार दा राज खत्म होया। इन्हां दे वडेरे नाहण आ गए, जो पौंटा साहब दे लागे नाहण है। उथों काफ़ी समा ये परिवार रहिंदे रहे ते उत्थों चल के मुल्तान जिले विच अलीपुर नगर विच जा डेरा लाया। भाई साहब दे वडेरियां विचों मूला नाम दा एक गुरमुख गुरु घर दा प्रेमी बनिया। मूले दा पुत्र भाई बल्लू, जिस नूं
ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਜਦੋਂ ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਆਇਆ ਤੇ ਭਾਈ ਬੱਲੂ ਜੀ ਉਸ ਜੰਗ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਸ਼ਾਮਲ ਸਨ। ਭਾਈ ਬੱਲੂ ਨੇ ਬਰਛਾ ਮਾਰ ਕੇ ਮੁਰਤਜ਼ਾ ਖਾਂ ਨੂੰ ਮਾਰਿਆ। ਇਹ ਮੁਰਤਜ਼ਾ ਖਾਂ ਉਹ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਲੈ ਕੇ ਗਿਆ ਸੀ। ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਂ ਨੂੰ ਮਾਰ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਭਾਈ ਬੱਲੂ ਨੇ ਲਿਆ। ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਭਾਈ ਬੱਲੂ ਦੇ ਅੱਗੋਂ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਮਾਈ ਦਾਸ। ਮਾਈ ਦਾਸ ਦੇ ਵੀ ਅੱਗੋਂ 12 ਪੁੱਤਰ ਸਨ, ਜਿਨ੍ਹਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਮਾਈ ਦਾਸ ਦਾ ਸਭ ਤੋਂ ਵੱਡਾ ਪੁੱਤਰ ਭਾਈ ਜੇਠਾ ਭੰਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕਰਦਿਆਂ ਪੌਂਟੇ ਸਾਹਿਬ ਦੇ ਲਾਗੇ ਸ਼ਹੀਦ ਹੋਇਆ। ਮਾਈ ਦਾਸ ਦਾ ਦੂਸਰਾ ਪੁੱਤਰ ਦਿਆਲਾ ਦਿੱਲੀ ਦੇ ਵਿੱਚ ਦੇਗ 'ਚ ਉਬਾਲਿਆ। ਉਹ ਮਨੀ ਸਿੰਘ ਦਾ ਸਕਾ ਭਰਾ ਸੀਗਾ ਭਾਈ ਦਿਆਲਾ। ਔਰ ਇਹ 12 ਭਰਾਵਾਂ ਵਿੱਚੋਂ ਇੱਕ ਹੀ ਅਮਰਚੰਦ ਨਾਮ ਦਾ ਇੱਕ ਭਰਾ ਜਿਹੜਾ ਸੀ, ਉਹ ਆਪਣੀ ਮੌਤ ਯਾਨੀ ਦੁਨੀਆ ਆਮ ਨਾਰਮਲ ਮੌਤ ਮਰਿਆ। 11 ਭਰਾ ਸ਼ਹੀਦ ਹੋਏ ਮਨੀ ਸਿੰਘ ਸਮੇਤ। ਭਾਈ ਮਨੀ ਸਿੰਘ ਦੇ 10 ਪੁੱਤਰ ਸਨ। ਸਭ ਤੋਂ ਵੱਡਾ ਚਿੱਤਰ ਸਿੰਘ ਹੋਇਆ। ਚਿੱਤਰ ਸਿੰਘ ਲਗਭਗ 65 ਸਾਲ ਦੀ ਉਮਰ ਦੇ ਵਿੱਚ ਮਨੀ ਸਿੰਘ ਦੇ ਨਾਲ ਲਾਹੌਰ ਸ਼ਹੀਦੀ ਪਾਈ ਹੈ। ਭਾਈ ਮਨੀ ਸਿੰਘ 90 ਸਾਲ ਦੇ ਸ਼ਹੀਦ ਹੋਏ। ਚਿੱਤਰ ਸਿੰਘ ਤੋਂ ਛੋਟਾ ਸੀ ਬਚਿੱਤਰ ਸਿੰਘ, ਜਿਹਨੇ ਹਾਥੀ ਦੇ ਮੱਥੇ 'ਚ ਬਰਛਾ ਮਾਰ ਕੇ ਨਾਂਗਣੀ ਮਾਰ ਕੇ 7 ਤਵੇ ਫੌਲਾਦ ਦੇ ਪਾੜ ਕੇ ਅਨੰਦਪੁਰ ਸਾਹਿਬ ਪਹਾੜੀ ਰਾਜਿਆਂ ਦਾ ਹਾਥੀ ਮਾਰ ਭਜਾਇਆ ਸੀ। ਬਚਿੱਤਰ ਸਿੰਘ ਤੋਂ ਛੋਟਾ ਸੀ ਉਦੇ ਸਿੰਘ, ਜੋ ਸਾਰੇ ਖਾਲਸੇ ਪੰਥ ਦੀ ਫੌਜ ਦਾ ਮਹਾਰਾਜ 10ਵੇਂ ਪਾਤਸ਼ਾਹ ਨੇ ਜਰਨੈਲ ਚੀਫ ਥਾਪਿਆ ਹੋਇਆ ਸੀ ਵੱਡਾ, ਜਿਹੜਾ ਜੰਗੀ ਬਿਉਂਤਬੰਦੀਆਂ ਵਿੱਚ ਬਹੁਤ ਮਾਹਰ ਸੀਗਾ। ਸ਼ਾਹੀ ਟਿੱਬੀ ਦੇ ਉੱਤੇ 10 ਲੱਖ ਦਾ ਮੁਕਾਬਲਾ ਕਰਦੇ 6 ਔਰ 7 ਪੋਹ ਦੀ 21 ਔਰ 20 ਔਰ 21 ਦਸੰਬਰ ਦੀ ਰਾਤ ਨੂੰ 1704 ਜਦੋਂ ਕਿਲ੍ਹਾ ਛੱਡਿਆ ਅਨੰਦਪੁਰ ਸਾਹਿਬ ਦਾ, ਸਰਸਾ ਨਦੀ ਦੇ ਵਿਛੋੜਾ ਪਿਆ। ਉਸ ਤੋਂ ਲਗਭਗ 2-3 ਕਿਲੋਮੀਟਰ ਪਿੱਛੇ ਪਹਿਲਾਂ ਹੀ ਸ਼ਾਹੀ ਟਿੱਬੀ ਦੇ ਉੱਤੇ ਭਾਈ ਉਦੇ ਸਿੰਘ ਜੀ 10 ਲੱਖ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ। 4.5 ਘੰਟੇ ਮੁਕਾਬਲਾ ਕੀਤਾ ਉਹਨਾਂ ਨੇ। ਉਦੇ ਸਿੰਘ ਤੋਂ ਛੋਟੇ ਅਜਬ ਸਿੰਘ, ਅਜੈਬ ਸਿੰਘ ਤੇ ਅਨਕ ਸਿੰਘ ਤਿੰਨੇ ਭਰਾ ਮਹਾਰਾਜ ਦੇ ਨਾਲ ਚਮਕੌਰ ਪਹੁੰਚੇ ਤੇ ਚਮਕੌਰ ਦੀ ਜੰਗ 'ਚ ਸ਼ਹੀਦੀ ਪਾਈ। ਇੱਕ ਇਹਨਾਂ ਦਾ ਪੁੱਤਰ ਸੀਗਾ ਭਗਵਾਨ ਸਿੰਘ ਰਹਿਤਨਾਮੀਆਂ, ਜਿਹਨੇ ਰਹਿਤਨਾਮਾ ਲਿਖਿਆ ਹੈ। ਇਹ ਸਾਰਾ ਪਰਿਵਾਰ ਸ਼ਹੀਦਾਂ ਦਾ। ਅੱਗੋਂ ਬਚਿੱਤਰ ਸਿੰਘ ਦੇ 2 ਪੁੱਤਰ ਚੱਪੜਚਿੜੀ ਦੇ ਮੈਦਾਨ ਵਿੱਚ ਸ਼ਹੀਦ ਹੋਏ ਜਦੋਂ ਬੰਦੇ ਬਹਾਦਰ ਨੇ ਸਰਹੰਦ ਫਤਿਹ ਕੀਤਾ, ਯਾਨੀ ਮਨੀ ਸਿੰਘ ਦੇ ਪੋਤੇ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਹੋ ਗਏ। ਭਾਈ ਮਨੀ ਸਿੰਘ ਦੇ ਪਰਿਵਾਰ ਦੇ ਲਗਭਗ 60-62 ਜੀ ਸ਼ਹੀਦ ਹੋਏ, ਪਰ ਉਹਨਾਂ ਦਾ ਸਿਦਕ ਭਰੋਸਾ ਗੁਰੂ ਘਰ ਤੇ ਅਨੰਨ ਭਾਵ। ਭਾਈ ਮਨੀ ਸਿੰਘ ਦਾ ਜਨਮ 1644 ਦੇ ਵਿੱਚ ਉਸ ਸਾਲ ਹੋਇਆ ਜਿਸ ਸਾਲ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ। ਜਿਹੜੇ ਸਾਲ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਗਏ ਉਸ ਸਾਲ ਮਨੀ ਸਿੰਘ ਦਾ ਜਨਮ ਹੋਇਆ। ਇਸ ਹਿਸਾਬ ਨਾਲ ਭਾਈ ਮਨੀ ਸਿੰਘ 10ਵੇਂ ਪਾਤਸ਼ਾਹ ਤੋਂ 22 ਸਾਲ ਵੱਡੇ ਸਨ ਉਮਰ ਵਿੱਚ। ਔਰ ਉਹਨਾਂ ਨੇ ਗੁਰੂ ਸਾਹਿਬ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ 10ਵੇਂ ਪਾਤਸ਼ਾਹ ਕਲਗੀਧਰ ਜੀ ਦੀ ਹਜ਼ੂਰੀ 'ਚ ਰਹਿ ਕੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ। ਗੁਰਬਾਣੀ ਦੀ ਲਿਖਾਈ ਬਹੁਤ ਸੁੰਦਰ ਕਰਦੇ ਸਨ। ਇਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਇਹਨਾਂ ਨੂੰ ਬਹੁਤ ਸਾਰੀ ਬਾਣੀ ਲਿਖਣ ਦਾ ਮੌਕਾ ਮਿਲਿਆ ਤੇ ਇਹਨਾਂ ਕੋਲੋਂ ਹੀ ਬਾਬਾ ਦੀਪ ਸਿੰਘ ਜੀ ਲਿਖਣ ਦੀ ਵਿੱਦਿਆ ਸਿੱਖੀ। ਦਮਦਮੇ ਸਾਹਿਬ ਜਾ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੋਧ ਕੇ ਲਿਖਿਆ। ਮਹਾਰਾਜ ਨੇ ਆਪ ਬਾਣੀ ਉਚਾਰੀ, ਕਲਗੀਧਰ ਜੀ ਨੇ, ਲਿਖਾਰੀ ਭਾਈ ਮਨੀ ਸਿੰਘ ਜੀ ਰਹੇ।
ਔਰ ਜਦੋਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਮੀਣੇ ਛੱਡ ਕੇ ਦੌੜ ਗਏ ਸੇਵਾ, ਬਾਬਾ ਪ੍ਰਿਥੀ ਚੰਦ ਜੀ ਦਾ ਪਰਿਵਾਰ ਜੋ ਹੈ ਗੁਰੂ ਰਾਮਦਾਸ ਦੇ ਵੱਡੇ ਸਾਹਿਬਜ਼ਾਦੇ ਹੋਏ ਨੇ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ, ਉਹਨਾਂ ਦਾ ਪੁੱਤਰ ਮਿਹਰਬਾਨ ਤੇ ਮਿਹਰਬਾਨ ਦੇ ਪੁੱਤਰ ਚਤਰਭੁਜ ਤੇ ਹਰ ਜੀ, ਤੇ ਉਹਨਾਂ ਵਿੱਚੋਂ ਇਹ ਸਾਰੇ ਜਿਹੜੇ ਸੋਢੀ ਸਾਹਿਬਜ਼ਾਦੇ ਸਨ, ਇਹ ਹਰਿਮੰਦਰ ਸਾਹਿਬ ਦੀ ਸੇਵਾ ਕਰਦੇ ਨੇ ਲਗਭਗ 125 ਸਾਲ। 125 ਸਾਲ ਇਹਨਾਂ ਦੇ ਕੋਲ ਮੀਣਿਆਂ ਕੋਲ ਪ੍ਰਬੰਧ ਰਿਹਾ। ਪਹਿਲਾਂ ਪ੍ਰਿਥੀ ਚੰਦ ਅਗਵਾਈ ਕਰਦਾ ਰਿਹਾ, ਗੁਰੂ ਅਰਜਨ ਦੇਵ ਦਾ ਸ਼ਾਂਤ ਬਿਰਤੀ ਦੇ ਸਨ, ਫਿਰ ਉਹਦਾ ਪੁੱਤਰ ਆ ਗਿਆ, ਫਿਰ ਗਾਂ ਦੀ ਗਾਂ ਹਰਿਮੰਦਰ ਸਾਹਿਬ ਤੇ ਕਬਜ਼ਾ ਮੀਣਿਆਂ ਦਾ ਰਿਹਾ। ਇਸੇ ਕਰਕੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗਏ ਸੀ, ਮੀਣਿਆਂ ਦੇ ਦਰਵਾਜ਼ੇ ਬੰਦ ਕਰਤੇ ਸੀ, ਮਹਾਰਾਜ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ 9ਵੇਂ ਪਾਤਸ਼ਾਹ ਨੂੰ। ਪਰ 10ਵੇਂ ਪਾਤਸ਼ਾਹ ਦੇ ਟਾਈਮ ਤੇ ਮੀਣੇ ਪ੍ਰਬੰਧ ਛੱਡ ਕੇ ਹੀ ਚਲੇ ਗਏ, ਤਾਂ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਪ੍ਰਬੰਧ ਕਰਨ ਲਈ ਭੇਜਿਆ ਸੀ। ਬਾਅਦ ਵਿੱਚ ਜਦੋਂ ਸਾਧ ਸੰਗਤ ਜੀ ਮਹਾਰਾਜ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਜੋਤੀ ਜੋਤ ਸਮਾਏ, ਤਾਂ ਮਾਤਾ ਸੁੰਦਰੀ ਜੀ ਨੇ ਆਪਣੇ ਹੱਥ ਦੀ ਚਿੱਠੀ ਦੇ ਕੇ, ਹੁਕਮਨਾਮਾ ਦੇ ਕੇ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਸੇਵਾ ਦੁਬਾਰਾ ਜ਼ਿੰਮੇਵਾਰੀ ਸੰਭਾਲੀ ਸੀ। ਉਸ ਦਿਨ ਤੋਂ ਲੈ ਕੇ ਸ਼ਹੀਦੀ ਤੱਕ ਭਾਈ ਸਾਹਿਬ ਦਰਬਾਰ ਸਾਹਿਬ ਦੀ ਸੇਵਾ 'ਚ ਆਲਸ ਨਹੀਂ ਕੀਤੀ। ਹਰਿਮੰਦਰ ਸਾਹਿਬ ਦੀ ਸੇਵਾ ਬੜੇ ਪਿਆਰ ਨਾਲ ਕਰਦੇ ਰਹੇ। ਭਾਈ ਮਨੀ ਸਿੰਘ ਦਾ ਇਤਿਹਾਸ ਜੋ ਹੈ ਉਹ ਜੇ ਪੜ੍ਹਨਾ ਹੋਵੇ ਤਾਂ ਇੱਕ ਗ੍ਰੰਥ ਹੈ ਭਾਈ ਸੇਵਾ ਸਿੰਘ ਦਾ ਲਿਖਿਆ ਹੋਇਆ, ਅੱਜ ਤੋਂ ਕੋਈ 150 ਸਾਲ ਪਹਿਲਾਂ 200 ਸਾਲ ਪਹਿਲਾਂ ਗ੍ਰੰਥ ਹੈ, ਉਹਦਾ ਨਾਮ ਹੈ ਸ਼ਹੀਦ ਬਿਲਾਸ ਭਾਈ ਮਨੀ ਸਿੰਘ। ਸ਼ਹੀਦ ਬਿਲਾਸ ਮਨੀ ਸਿੰਘ ਦੇ ਵਿੱਚ ਇਹ ਕਥਾ ਬੜੇ ਵਿਸਥਾਰ ਨਾਲ ਆਉਂਦੀ, ਭਾਈ ਮਨੀ ਸਿੰਘ ਦੀ ਸਾਰੀ ਜੀਵਨੀ। ਇੱਥੇ ਉਹਨਾਂ ਦੀ ਸਿਰਫ ਸ਼ਹੀਦੀ ਦਾ ਹੀ ਜ਼ਿਕਰ ਆਉਣਾ ਹੈ। ਉਹਨਾਂ ਦੀਆਂ ਸੇਵਾਵਾਂ ਤਾਂ ਬਹੁਤ ਵੱਡੀਆਂ ਹਨ, ਉਹਨਾਂ ਦਾ ਜੀਵਨ ਇੱਕ ਵੱਖਰਾ ਹੀ ਚੈਪਟਰ ਹੈ। ਜਿਨ੍ਹਾਂ ਨੇ 4 ਗੁਰੂਆਂ ਦੀ ਸੇਵਾ ਕੀਤੀ, ਬਾਅਦ ਵਿੱਚ 10ਵੇਂ ਪਾਤਸ਼ਾਹ ਦੀ, ਉਹਨਾਂ ਤੋਂ ਬਾਅਦ ਲਗਭਗ 25 ਸਾਲ ਪੰਥ ਦੀ ਅਗਵਾਈ ਫਿਰ ਵੀ ਕੀਤੀ। 90 ਸਾਲ ਦੀ ਉਮਰ 'ਚ ਸਿੱਖੀ ਸਿਦਕ ਦਾ ਨਮੂਨਾ ਪੇਸ਼ ਕਰਦੇ ਬੰਦ-ਬੰਦ ਕਟਾ ਕੇ ਸ਼ਹੀਦੀ ਪਾਈ। ਐਸੇ ਮਹਾਂਪੁਰਸ਼ ਦੀ ਕਥਾ ਅੱਜ ਆਰੰਭ ਹੋਣ ਲੱਗੀ ਹੈ। ਖਾਲਸਾ ਜੀ ਸੁਰਤੀਆਂ ਬਿਰਤੀਆਂ ਨੂੰ ਮਹਾਨ ਸ਼ਹੀਦਾਂ ਸਿੰਘਾਂ ਦੇ ਚਰਨਾਂ ਨਾਲ ਜੋੜ ਲਓ। ਪਿਆਰ ਵਿੱਚ ਆ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬੈ ਹਕੀਕਤ ਮੈਂ ਕਹੋ, ਸੁਣੋ ਸੰਤ ਲਾਇ ਪ੍ਰੀਤ। ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ, ਹੁਣ ਮੈਂ ਸੱਚੀ ਹਕੀਕਤ ਜੋ ਖਾਲਸੇ ਪੰਥ ਵਿੱਚ ਮਹਾਨ ਮਹਾਂਪੁਰਸ਼ ਭਾਈ ਮਨੀ ਸਿੰਘ ਜੀ ਹੋਏ ਹੈ, ਉਹਨਾਂ ਦੀ ਤੁਹਾਨੂੰ ਸੁਣਾਵਾਂਗਾ। ਖਾਲਸਾ ਜੀ ਪ੍ਰੇਮ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਸੁਣੋ। ਮਣੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ। ਮੈਂ ਉਹ ਕਹਾਣੀ ਸੁਣਾਵਾਂਗਾ, ਉਹ ਕਥਾ ਸੁਣਾਵਾਂਗਾ, ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿਦਕ ਭਰੋਸਾ ਸਿੱਖੀ ਦਾ ਨਿਭਾਉਂਦਿਆਂ ਹੋਇਆਂ ਸ਼ਹੀਦੀ ਦਾ ਜਾਮ ਪੀਤਾ ਹੈ। ਮਣੀ ਸਿੰਘ ਤੋਂ ਸੰਤ ਸੁਜਾਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਬਿਰਤੀ ਦੇ ਮਾਲਕ ਸੰਤ ਪੁਰਸ਼ ਸਨ। ਸਾਰਾ ਜੀਵਨ ਹੀ ਗੁਰੂ ਨੂੰ ਸਮਰਪਣ ਕਰ ਦਿੱਤਾ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਵੀ ਗੁਰੂ ਨੂੰ ਸਮਰਪਣ ਸਨ। ਭਾਈ ਮੱਲੂ ਜਿਹੜਾ ਇਹਦਾ ਦਾਦਾ ਸੀ, ਉਹਨੇ ਦੇਖੋ ਕਿੱਡਾ ਵੱਡਾ ਜੰਗ ਕਰਕੇ ਕਰਤਾਰਪੁਰ ਸ਼ਹੀਦੀ ਪਾਈ ਸੀ ਔਰ ਮੁਰਤਜ਼ਾ ਖਾਨ ਨੂੰ ਮਾਰਿਆ ਸੀ। ਪਿਤਾ ਜੀ ਵੀ ਬੜੇ ਗੁਰਮੁਖ ਸਨ। ਭਾਈ ਮਨੀ ਸਿੰਘ ਦੀ ਇੱਕ ਭੂਆ ਸੀ, ਜਿਹੜੀ ਸ਼ਾਹਜਹਾਨ ਦੇ ਦਰਬਾਰ ਵਿੱਚ ਜਾ ਕੇ ਉਹਨੇ ਵਕੀਲਾਂ ਦੀ ਤਰ੍ਹਾਂ ਬਹਿਸ ਕੀਤੀ ਸੀ। ਕਹਿੰਦੇ ਬੜੀ ਤਗੜੀ ਉਹ ਦਲੇਰ ਔਰਤ ਸੀ। ਉਹਨੇ ਬਾਦਸ਼ਾਹ ਸ਼ਾਹਜਹਾਨ ਦੀ ਕਚਹਿਰੀ ਜਾ ਕੇ ਤੜਥੱਲੀ ਬਚਾ ਦਿੱਤੀ ਸੀ। ਉਹ ਭਾਈ ਮਨੀ ਸਿੰਘ ਦੀ ਭੂਆ ਸੀ, ਮਾਈ ਦਾਸ ਦੀ ਭੈਣ। ਇੱਦਾਂ ਦੇ ਇਹ ਦਲੇਰ ਲੋਕ ਸਨ। ਜਤੀ ਸਤਿਓ ਧਿਆਨੀ ਮਾਨ। ਭਾਈ ਮਨੀ ਸਿੰਘ ਜੀ ਜਤੀ ਸਤੀ ਤਿਆਗੀ ਮਹਾਂਪੁਰਸ਼ ਕਰਨੀ ਵਾਲੇ ਪੂਰੇ ਗੁਰਸਿੱਖ ਸਨ। ਹਟੀ ਤਪਿਓ ਮਤ ਕੋ ਪੂਰ। ਹਠੀ ਤਪੀ ਸਨ, ਮਤ ਕੋ ਪੂਰੇ, ਭਾਵ ਗੁਰਮਤ ਵਿੱਚ ਪੱਕੇ ਸਨ। ਸਹਿਨਸ਼ੀਲੋ ਦਿਲ ਕੋ ਸੂਰ। ਸਹਿਨਸ਼ੀਲਤਾ ਦੀ ਵੀ ਉਹ ਪੁੰਜ ਸਨ ਤੇ ਦਿਲ ਦੇ ਸੂਰਬੀਰ ਸਨ, ਭਾਵ ਮੌਤ ਨੂੰ ਕੁਝ ਨਹੀਂ ਸੀ ਸਮਝਦੇ, ਦੇਹ ਤੋਂ ਵਿਦੇਹੀ ਸਨ ਭਾਈ ਮਨੀ ਸਿੰਘ ਜੀ। ਕਰਮੀ ਧਰਮੀ ਭਗਤ ਗਿਆਨੀ। ਭਾਈ ਸਾਹਿਬ ਮਨੀ ਸਿੰਘ ਜੀ ਕਰਮ ਧਰਮ 'ਚ ਪੂਰੇ ਸਨ, ਭਗਤ ਸਨ ਪਰਮੇਸ਼ਰ ਦੇ। ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸੇਵਾ ਬੜੀ ਭਾਵਨਾ ਨਾਲ ਕਰਿਆ ਕਰਦੇ ਸਨ। ਔਰ ਗਿਆਨੀ
ਬ੍ਰਹਮ ਗਿਆਨੀ। ਗਿਆਨੀ ਕਈ ਕਿਸਮ ਦੇ ਆਪਾਂ ਕਹਿ ਲੈਂਦੇ ਆ, ਜਿਹੜਾ ਮੇਰੇ ਵਰਗਾ 4 ਅੱਖਰ ਬੋਲਣਾ ਜਾਣਦਾ ਉਹਨੂੰ ਵੀ ਕਹਿੰਦੇ ਗਿਆਨੀ। ਪਰ ਖਾਲਸਾ ਜੀ ਅਸਲ ਜੋ ਗਿਆਨੀ ਦਾ ਸਰੂਪ ਹੈ ਉਹ ਇਹ ਹੈ, ਭੂਲ ਗਇਓ ਅਗਿਆਨ ਤੇ ਆਤਮ ਆਪਨ ਰੂਪ, ਤਾਹੀ ਕੋ ਫਿਰ ਜਾਨ ਕੋ ਗਿਆਨ ਕਹਿਤ ਕਵੀ ਭੂਪ। ਅਗਿਆਨ ਕਰਕੇ ਆਤਮਾ ਨੂੰ ਆਪਣਾ ਸਰੂਪ ਭੁੱਲ ਗਿਆ ਹੈ। ਜਿਹੜਾ ਆਤਮ ਸਰੂਪ ਨੂੰ ਸਾਖਸ਼ਾਤ ਕਰਕੇ ਜਾਣ ਲਵੇ, ਇਸ ਨੂੰ ਦ੍ਰਿੜ ਹੋ ਜਾਵੇ ਕਿ ਮੈਂ ਆਤਮ ਸਰੂਪ ਹਾਂ, ਦੇਹ ਨਹੀਂ ਹਾਂ, ਉਹ ਗਿਆਨੀ ਹੈ। ਕਹਿਣ ਨੂੰ ਤਾਂ ਸਾਰੇ ਆਪਾਂ ਗਿਆਨੀ ਬਣੇ ਫਿਰਦੇ ਹਾਂ, ਮੇਰੇ ਨਾਲ ਵੀ ਗਿਆਨੀ ਲਿਖ ਦਿੰਦੇ ਆ, ਪਰ ਅਸੀਂ ਗਿਆਨੀ ਨਹੀਂ ਹਾਂ। ਗਿਆਨੀ ਤਾਂ ਉਹ ਹੈ ਜਿਸ ਨੇ ਆਤਮਾ ਦਾ ਸਾਖਸ਼ਾਤਕਾਰ ਕੀਤਾ ਹੈ। ਆਤਮਾ ਦਾ ਸਾਖਸ਼ਾਤਕਾਰ ਹੋਏ ਤੋਂ ਬਿਨਾਂ ਕੋਈ ਗਿਆਨੀ ਨਹੀਂ ਕਹਾ ਸਕਦਾ। ਭਾਈ ਮਨੀ ਸਿੰਘ ਜੀ ਨੂੰ ਆਤਮ ਸਾਖਸ਼ਾਤ ਹੋ ਚੁੱਕਾ ਸੀ, ਦੇਹ ਤੋਂ ਉੱਪਰ ਹੋ ਚੁੱਕੇ ਸਨ, ਵਿਦੇ ਹੋ ਚੁੱਕੇ ਸਨ। ਸਤਿਗੁਰ ਬਚਨਨ ਪਰਮਤ ਠਾਨੀ, ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪੂਰਨ ਦ੍ਰਿੜ ਨਿਸ਼ਚਾ, ਸ਼ਰਧਾ ਤੇ ਵਿਸ਼ਵਾਸ ਸੀ ਗੁਰਬਾਣੀ ਦੇ ਉੱਤੇ। ਤੋ ਸਤਿਗੁਰ ਸੋ ਰਹਿਤ ਹਜੂਰ। ਇਹ ਭਾਈ ਸਾਹਿਬ ਮਨੀ ਸਿੰਘ ਜੀ ਗੁਰੂ ਮਹਾਰਾਜ ਦੇ ਹਜ਼ੂਰੀ 'ਚ ਰਹੇ ਨੇ। 4 ਪਾਤਸ਼ਾਹੀਆਂ ਦੀ, ਸਤਿਗੁਰੂ ਹਰਧਾਰ ਰਾਏ ਸਾਹਿਬ ਜੀ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰੂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਦੀ ਨਿਗ ਪ੍ਰਾਪਤ ਕੀਤੀ ਹੈ। ਇਸ ਕਰ ਪਇਓ ਸੋ ਗੁਰਮਤਿ ਪੂਰਾ। ਗੁਰੂ ਘਰ ਵਿੱਚ ਰਹਿਣ ਕਰਕੇ ਗੁਰਮਤਿ 'ਚ ਪੂਰੇ ਸਨ। ਗੁਰਮਤਿ ਦੇ ਆਸ਼ੇ ਨੂੰ ਬੜੀ ਗਹਿਰਾਈ ਨਾਲ ਭਾਈ ਮਨੀ ਸਿੰਘ ਜੀ ਸਮਝਦੇ ਸਨ। ਜਿੰਨੀ ਉਹਨਾਂ ਦੀ ਕਮਾਈ ਸੀ, ਬੰਦਗੀ ਸੀ, ਉਨੀ ਉਹਨਾਂ ਦੀ ਆਤਮਿਕ ਅਵਸਥਾ ਦੀ ਡੂੰਘਾਈ ਸੀ ਗੁਰਮਤਿ ਦੇ ਸੰਬੰਧ ਵਿੱਚ। ਹਾਂਜੀ, ਹੁਣ ਸਤਿਗੁਰ ਕਛ ਝੂਟੋ ਖਿਓ। ਕਹਿੰਦੇ ਮਾਨੋ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਛਕਣ ਕਰਕੇ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਚੁੱਕਾ ਸੀ। ਜਿਵੇਂ ਹਜੂਰ ਗਰੀਬ ਨਵਾਜ ਪ੍ਰਸ਼ਾਦਾ ਛਕਦੇ ਸੀ ਕਲਗੀਧਰ ਜੀ, ਤੇ ਭਾਈ ਮਨੀ ਸਿੰਘ ਜੀ ਉਹਨਾਂ ਦਾ ਥਾਲਾ ਚੁੱਕ ਕੇ ਉਹਦੇ ਵਿੱਚੋਂ ਸੀਤ ਪ੍ਰਸ਼ਾਦ ਆਪਣੇ ਮੂੰਹ 'ਚ ਪਾ ਲਿਆ ਕਰਦੇ। ਹੁਣ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਜਿਨ੍ਹਾਂ ਦੇ ਮੂੰਹ 'ਚ ਪਵੇਗਾ ਉਹਨਾਂ ਦਾ ਅਨੁਭਵ ਤਾਂ ਆਪੇ ਹੀ ਖੁੱਲ੍ਹ ਜਾਣਾ ਹੋਇਆ। ਸੋ ਸਾਧ ਸੰਗਤ ਜੀ, ਭਾਈ ਮਨੀ ਸਿੰਘ ਦਾ ਅਨੁਭਵ ਖੁੱਲ੍ਹਾ ਹੋਇਆ ਸੀ। ਤਾਂ ਤੇ ਹਠਿਆ ਅੜਿਆ ਪਇਓ। ਇਹ ਬੜੇ ਹਠੀ ਸਨ। ਇੰਨਾ ਹੱਠ ਕੋਈ ਕਰ ਸਕਦਾ ਵੀ ਜਲਾਦ ਨੇ ਕਹੇ ਵੀ ਮੈਂ ਬਾਬੇ ਨੂੰ ਛੇਤੀ ਮੁਕਾ ਦਿਆਂ, ਗੁੱਟ ਤੇ ਟੋਕਾ ਮਾਰਨ ਲੱਗੇ ਤੇ ਕਹਿੰਦੇ ਨਹੀਂ, ਉਂਗਲੀ ਤੋਂ ਸ਼ੁਰੂ ਕਰ, ਪੋਟਾ ਰੱਖ ਕੇ ਉਂਗਲੀ ਕਟਵਾਣੀ। ਇੰਨਾ ਹੱਠ ਕਰਨਾ ਬੜਾ ਔਖਾ ਹੈ। ਕੰਡਾ ਨਹੀਂ ਸਿਆ ਜਾਂਦਾ, ਕੰਡੇ ਦੀ ਪੀੜ, ਡਾਕਟਰ ਸਿਰਿੰਜ ਲਾਉਂਦਾ ਤੇ ਉਹ ਨਹੀਂ ਚੱਲੀ ਜਾਂਦੀ ਦਰਦ, ਤੇ ਇਹਦਾ ਬੰਦ ਹੀ ਕੱਟੇ ਜਾ ਰਹੇ ਨੇ ਤੇ ਬਾਣੀ ਪੜ੍ਹ ਰਹੇ ਨੇ। ਇਸ ਕਰਕੇ ਕਿ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਮੂੰਹ 'ਚ ਪਿਆ ਹੋਇਆ, ਦੇਹ ਤੋਂ ਵਿਦੇ ਹੋ ਚੁੱਕੇ ਸਨ। ਸਿੱਖਨ ਕੋ ਸੋ ਸਿੱਖੀ ਦ੍ਰਿੜਾਵੈ। ਭਾਈ ਸਾਹਿਬ ਮਨੀ ਸਿੰਘ ਜੀ ਗੁਰਸਿੱਖਾਂ ਨੂੰ ਗੁਰਸਿੱਖੀ ਦੀ ਮਰਜ਼ਾਦਾ 'ਚ ਦ੍ਰਿੜ ਕਰਾਇਆ ਕਰਦੇ, ਪੱਕਾ ਕਰਿਆ ਕਰਦੇ। ਕਿਸੇ ਨੂੰ ਵੀ ਨਹੀਂ ਬਖਸ਼ਦੇ, ਕੋਈ ਢਿੱਲ ਮੱਠ ਕਰੇ ਉਹਨੂੰ ਰਹਿਤ ਵਿੱਚ ਪੱਕਾ ਰੱਖਦੇ ਸਨ। ਸਿੱਖਿਓ ਚੁਕੈ ਤਿਸਥਨ ਕਾ ਲਾਵੈ। ਜੇ ਕੋਈ ਸਿੱਖੀ ਦੀ ਮਰਜ਼ਾਦਾ ਦੇ ਵਿੱਚ ਢਿੱਲ ਮੱਠ ਕਰੇ, ਕੁਰੈਤ ਕਰੇ, ਉਹਨੂੰ ਭਾਈ ਮਨੀ ਸਿੰਘ ਜੀ ਤਨਖਾਹ ਲਾਇਆ ਕਰਦੇ ਸੀ। ਉਹਨੂੰ ਦੱਸਦੇ ਸੀ ਭਾਈ ਇਦਾਂ ਦੀ ਮਰਜ਼ਾਦਾ ਨਹੀਂ, ਇਦਾਂ ਦੀ ਹੈ। ਤੇ ਸਾਰਾ ਪੰਥ ਉਹਨਾਂ ਦੀ ਆਗਿਆ ਹੱਥ ਜੋੜ ਕੇ ਖਲੋ ਜਾਂਦਾ ਸੀ। ਕੋਈ ਵੀ ਤਨਖਾਹ ਭਾਈ ਮਨੀ ਸਿੰਘ ਲਾ ਦੇਣ, ਉਹ ਸਾਰੇ ਸਿੰਘ ਮੰਨਿਆ ਕਰਦੇ ਸਨ। ਬੀਜ ਬੀਜੇ ਵਹਿ ਗੁਰਮਤਿ ਲਾਵੈ। ਭਾਈ ਮਨੀ ਸਿੰਘ ਜੀ ਗੁਰਮਤਿ ਦਾ ਬੀਜ ਰਹੇ ਸਨ। ਸਿੱਖੀ ਦਾ ਐਸਾ ਬੂਟਾ ਲਾ ਰਹੇ ਸਨ ਵੀ ਜਿਹਦੀ ਛਾਂ ਹਜ਼ਾਰਾਂ ਲੱਖਾਂ ਸਾਲ ਤੱਕ ਰਹਿਣੀ ਹੈ। ਚਾਰ ਵਰਨ ਕੋ ਸਿੱਖੀ ਦ੍ਰਿੜਾਵੈ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਨੂੰ ਗੁਰਮਤਿ ਦਾ ਰਸਤਾ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਗੁਰਬਾਣੀ ਦੇ ਪ੍ਰੇਮੀ ਬਣੋ, ਐਸੀ ਦ੍ਰਿੜ ਕਰਕੇ ਸਿੱਖੀ ਭਾਈ ਮਨੀ ਸਿੰਘ ਜੀ ਪ੍ਰਚਾਰਦੇ ਸਨ। ਕਰ ਸਾਖੀ ਬੋ ਸਿੱਖਨ ਸੁਨਾਵੈ। ਭਾਈ ਸਾਹਿਬ ਮਨੀ ਸਿੰਘ ਜੀ ਗੁਰਬਾਣੀ ਦੀ ਕਥਾ ਬੜੀ ਰਸ ਭਿੰਨੀ ਕਰਿਆ ਕਰਦੇ ਸਨ। ਸਾਖੀਆਂ, ਇਤਿਹਾਸ, ਪ੍ਰਮਾਣ ਬਹੁਤ ਸੁਣਾਇਆ ਕਰਦੇ ਸਨ। ਭਾਈ ਮਨੀ ਸਿੰਘ ਜੀ ਨੂੰ ਇੱਕ ਵਾਰੀ ਗੁਰਸਿੱਖਾਂ ਬੇਨਤੀ ਕੀਤੀ ਸੀ, ਭਾਈ ਸਾਹਿਬ ਜੀ, ਆਪ ਜੀ ਮਹਾਂਪੁਰਸ਼ ਕਿਰਪਾ ਕਰਕੇ ਦੱਸੋ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖ ਹੋਏ ਨੇ ਜਾਂ ਗੁਰੂਆਂ ਦੇ ਪੁਰਾਣੇ ਸਿੱਖ ਹੋਏ ਨੇ, ਉਹਨਾਂ ਦੀ ਕਰਨੀ ਕਿਹੋ ਜਿਹੀ ਸੀ। ਸਾਨੂੰ ਪੁਰਾਣੇ ਗੁਰਸਿੱਖਾਂ ਦੀ ਕਰਨੀ ਦੱਸੋਗੇ ਤਾਂ ਹੀ ਅਸੀਂ ਉੱਦਾਂ ਦੀ ਕਰਾਂਗੇ। ਸਿੱਖਾਂ ਦਾ ਪ੍ਰਸ਼ਨ ਸੁਣ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਿਰਪਾ ਦੇ ਘਰ 'ਚ ਆਏ। ਕਹਿਣ ਲੱਗੇ, ਸਿੰਘੋ, ਜੋ ਅਸੀਂ ਪੁਰਾਤਨ ਸਿੱਖਾਂ ਦੇ ਨਾਮ ਭਾਈ ਗੁਰਦਾਸ ਦੀ ਬਾਣੀ 'ਚੋਂ ਪੜ੍ਹੇ ਨੇ, ਉਹਨਾਂ ਦੀ ਤੁਹਾਨੂੰ ਸਾਖੀਆਂ ਸੁਣਾਵਾਂਗੇ।
ਉੱਥੇ ਵਚਨ ਆਉਂਦਾ ਹੈ ਸਿੱਖਾਂ ਦੀ ਭਗਤਮਾਲ ਪੋਥੀ ਦੇ ਵਿੱਚ। ਇੱਥੇ ਵੀ ਸ਼ਾਇਦ ਲਾਇਬ੍ਰੇਰੀ 'ਚ ਪੋਥੀ ਪਈ ਹੈ, ਉਹ ਸਿੱਖਾਂ ਦੀ ਭਗਤਮਾਲ ਭਾਈ ਮਨੀ ਸਿੰਘ ਦੀ ਲਿਖੀ ਹੋਈ ਹੈ। ਉਹਦੇ 'ਚ ਵਚਨ ਆਉਂਦਾ ਵੀ ਭਾਈ ਮਨੀ ਸਿੰਘ ਕਹਿਣ ਲੱਗੇ, ਸਿੰਘੋ ਜਿਵੇਂ ਕੋਈ ਦਰਿਆ ਵਿੱਚੋਂ ਲੰਘਦਾ ਹੈ ਤੇ ਜਿਹੜੇ ਸਿਆਣੇ ਲੋਕ ਹੁੰਦੇ ਨਾ ਦਰਿਆ 'ਚੋਂ ਲੰਘਣ ਵਾਲੇ, ਉੱਥੇ ਕਾਨੇ ਗੜ ਦਿੰਦੇ ਆ ਪਾਣੀ ਦੇ ਵਿੱਚ। ਉਹ ਕਾਨਿਆਂ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਪਾਣੀ ਡੂੰਘਾ ਹੈ, ਇੱਥੇ ਪਾਣੀ ਉੱਚਾ ਹੈ। ਉਹ ਬੰਦਾ ਹਿਸਾਬ ਨਾਲ ਪੈਰ ਧਰ ਕੇ ਲੰਘ ਜਾਂਦਾ ਉਹਨੂੰ ਦੇਖ ਕੇ। ਕਹਿੰਦੇ ਭਾਈ ਗੁਰਦਾਸ ਜੀ 11ਵੀਂ ਵਾਰ ਦੇ ਵਿੱਚ 40 ਵਾਰਾਂ ਨੇ ਭਾਈ ਗੁਰਦਾਸ ਦੀਆਂ 11ਵੀਂ ਵਾਰ ਜਿਹੜੀ ਹੈ ਉਹ 'ਚ ਸਿੱਖਾਂ ਦੇ ਨਾਮ ਲਿਖ ਕੇ ਮਾਨੋ ਕਾਨੇ ਕੱਢ ਗਏ। 11ਵੀਂ ਵਾਰ ਭਾਈ ਗੁਰਦਾਸ ਦੀ ਪੜ੍ਹੋ, ਉਹਦੇ ਵਿੱਚ ਉਹਨਾਂ ਸਿੱਖਾਂ ਦੇ ਨਾਮ ਨੇ ਜਿਹੜੇ 6 ਪਾਤਸ਼ਾਹੀਆਂ ਦੇ ਸਮੇਂ ਹੋਏ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ 6 ਪਾਤਸ਼ਾਹੀਆਂ ਦੇ ਸਿੱਖ ਉਹਨਾਂ ਦਾ ਨਾਮ ਆਉਂਦਾ। ਭਾਈ ਮਨੀ ਸਿੰਘ ਕਹਿੰਦੇ ਭਾਈ ਗੁਰਦਾਸ ਜੀ ਕਾਨੇ ਗੱਡ ਗਏ, ਅਸੀਂ ਉਹਨਾਂ ਦੇ ਪਦ ਚਿੰਨ੍ਹਾਂ ਦੇ ਤੁਹਾਨੂੰ ਬਚਨ ਸੁਣਾ ਦਿੰਦੇ। ਫਿਰ ਭਾਈ ਮਨੀ ਸਿੰਘ ਜੀ ਕਥਾ ਸੁਣਾਈ, ਉਹ ਲਿਖੀ ਗਈ ਨਾਲ। ਉਸ ਪੋਥੀ ਦਾ ਨਾਮ ਹੈ ਸਿੱਖਾਂ ਦੀ ਭਗਤਮਾਲਾ। 11ਵੀਂ ਵਾਰ ਦਾ ਟੀਕਾ ਕੀਤਾ ਭਾਈ ਗੁਰਦਾਸ। ਭਾਈ ਗੁਰਦਾਸ ਜੀ ਪਹਿਲੀ ਵਾਰ ਦਾ ਟੀਕਾ ਵੀ ਭਾਈ ਮਨੀ ਸਿੰਘ ਨੇ ਕੀਤਾ। ਪਹਿਲੀ ਵਾਰ ਦਾ ਟੀਕਾ ਜਿਹੜਾ ਕੀਤਾ ਉਹ ਪੋਥੀ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ। ਕਿਉਂਕਿ ਪਹਿਲੀ ਵਾਰ ਵਿੱਚ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਬਾਬਾ ਸਤਿਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ, ਕੀ ਕੀ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉੱਥੇ ਹੀ ਬਚਨ ਆਉਂਦੇ ਬਾਬਾ ਫਿਰ ਮੱਕੇ ਗਿਆ, ਜਾਂ ਬਾਬਾ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਜੋ ਜੋ ਬਚਨ ਉਹਦੇ 'ਚ ਆਏ ਆ ਉਹਦੀ ਕਥਾ ਵੀ ਭਾਈ ਮਨੀ ਸਿੰਘ ਨੇ ਲਿਖੀ ਆ। ਉਹਨੂੰ ਸਿੱਖਾਂ ਦੀ ਭਗਤਮਾਲਾ ਦੇ ਨਾਲ ਉਹਨੂੰ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਕਹਿੰਦੇ, ਭਾਈ ਮਨੀ ਸਿੰਘ ਵਾਲੀ। ਇੱਦਾਂ ਭਾਈ ਮਨੀ ਸਿੰਘ ਜੀ ਨੇ 2 ਤਾਂ ਇਹ ਪੋਥੀਆਂ ਵਾਰਤਕ 'ਚ ਲਿਖੀਆਂ, ਬਾਕੀ ਉਹਨਾਂ ਨੇ ਇੱਕ ਵਾਜ਼ਬੁਲ ਅਰਜ਼ ਨਾਮ ਦਾ ਰਹਿਤਨਾਮਾ ਵੀ ਲਿਖਿਆ। ਉਹਦੇ ਵਿੱਚ ਜਿਹੜੇ ਗੁਰੂ ਮਹਾਰਾਜ ਦੇ ਕੋਲ ਸਿੱਖ ਰਹਿੰਦੇ ਸੀਗੇ ਉਸ ਵੇਲੇ, ਉਹਨਾਂ ਨੇ ਸਵਾਲ ਕੀਤੇ ਸੀ 10ਵੇਂ ਪਾਤਸ਼ਾਹ ਨੂੰ, ਤੇ ਮਹਾਰਾਜ ਨੇ ਜੋ ਜਵਾਬ ਦਿੱਤੇ ਸੀ ਉਹ ਭਾਈ ਮਨੀ ਸਿੰਘ ਨੇ ਰਹਿਤਨਾਮਾ ਲਿਖਿਆ। ਇੱਕ ਭਾਈ ਮਨੀ ਸਿੰਘ ਨੇ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ, ਪਰ ਬਹੁਤ ਵਧੀਆ ਕਿਸਮ ਦਾ, ਛੋਟੇ ਸੰਖੇਪ ਅੱਖਰਾਂ ਦੇ ਵਿੱਚ। ਇਸੇ ਤਰ੍ਹਾਂ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ ਭਗਤ ਸਿੰਘ ਨੇ ਗੁਰਬਿਲਾਸ ਲਿਖਿਆ 6ਵੀਂ ਪਾਤਸ਼ਾਹੀ ਦਾ, ਔਰ ਕੋਇਰ ਸਿੰਘ ਕਲਾਲ ਨੇ ਭਾਈ ਮਨੀ ਸਿੰਘ ਤੋਂ ਕਥਾ ਸੁਣ ਕੇ 10ਵੇਂ ਪਾਤਸ਼ਾਹ ਦਾ ਗੁਰਬਿਲਾਸ ਲਿਖਿਆ। ਉਹਨਾਂ ਦੇ ਸੇਵਕਾਂ ਨੇ, ਜਿਹੜੇ ਉਹਨਾਂ ਦੇ ਵਿਦਿਆਰਥੀ ਸੀ, ਉਹਨਾਂ ਨੇ ਵੀ ਬਹੁਤ ਗ੍ਰੰਥ ਲਿਖੇ। ਬਾਬਾ ਦੀਪ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਕੋਲੋਂ ਗੁਰਬਾਣੀ ਲਿਖਣ ਦੀ ਵਿੱਦਿਆ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖੀਆਂ। ਭਾਈ ਮਨੀ ਸਿੰਘ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ। ਭਾਈ ਮਨੀ ਸਿੰਘ ਜੀ ਨੇ 10ਵੇਂ ਗ੍ਰੰਥ ਸਾਹਿਬ ਦੀ ਬੀੜ ਲਿਖੀ। ਜਿੰਨਾ ਕੰਮ ਗੁਰਮਤਿ ਦਾ ਭਾਈ ਮਨੀ ਸਿੰਘ ਜੀ ਕਰ ਗਏ, ਐਡਾ ਵੱਡਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਹਾਂਜੀ, ਕੁਛ ਗੁਰ ਕਹੀ ਕੁਛ ਮਨ ਤੇ ਲਾਵੈ। ਭਾਈ ਸਾਹਿਬ ਕੁਝ ਗੁਰਬਾਣੀ ਦੇ ਅਰਥ ਕਰਦੇ, ਉਹਦੇ ਨਾਲ ਆਪਣਾ ਅਨੁਭਵ ਵੀ ਦੱਸਦੇ ਵੀ ਗੁਰਬਾਣੀ ਦਾ ਇਸ ਪੰਕਤੀ ਦੇ ਆਹ ਵੀ ਅਰਥ ਬਣਦੇ, ਇੱਦਾਂ ਵੀ ਬਣਦੇ ਆ। ਸਾਖੀਆਂ ਲਿਖ ਕੇ, ਕਿਉਂਕਿ ਆਮ ਬੰਦਿਆਂ ਨੂੰ, ਆਮ ਜਗਿਆਸੂਆਂ ਨੂੰ ਗੁਰਬਾਣੀ ਦੀ ਸਮਝ ਬੜੀ ਔਖੀ ਆਉਂਦੀ ਹੈ, ਉਹਦੇ ਨਾਲ ਫਿਰ ਸਾਖੀ ਲਾਣੀ ਪੈਂਦੀ ਹੈ। ਅੱਜ ਕੱਲ੍ਹ ਕੋਈ ਸਾਖੀ ਸੁਣਾਵੇ ਨਾ ਤੇ ਕਈ ਸਾਡੇ 'ਚ ਬਹੁਤ ਤਰਕਵਾਦੀ ਕਹਿੰਦੇ ਸਾਖੀਆਂ ਹੀ ਸੁਣਾਈ ਜਾਂਦੇ ਹੋ। ਮੈਂ ਕਹਿੰਦਾ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਖੀਆਂ ਸੁਣਾਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਇਆ ਹੈ 1192 ਅੰਗ ਦੇ ਉੱਤੇ, ਸੁਣ ਸਾਖੀ ਮਨ ਜਪ ਪਿਆਰ। ਇਹ ਮੇਰੇ ਮਨਾ ਤੂੰ ਸਾਖੀਆਂ ਸੁਣ ਤੇ ਨਾਮ ਜਪ। ਅਜਾਮਲ ਉਦਰਿਆ ਕਹਿ ਏਕ ਬਾਰ, ਬਾਲਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਪ੍ਰਭ ਨਿਸੰਗ। ਉਹ ਸਾਰਾ ਸ਼ਬਦ ਹੀ ਸਾਖੀਆਂ ਦਾ ਹੀ ਹੈ। ਜੇ ਉਹਦੀ ਕਥਾ ਪੂਰੀ ਕਰੀਏ ਸ਼ਬਦ ਦੀ, ਮਹੀਨਾ ਲੱਗ ਜਾਂਦਾ ਖਾਲਸਾ ਜੀ ਉਹ ਕਥਾ ਉੱਥੇ ਹੀ। ਤੋ ਸਾਖੀ ਜਿਹੜੀ ਹੈ, ਸਾਖੀ ਦਾ ਮਤਲਬ ਹੁੰਦਾ ਗਵਾਹੀ ਦੇਣੀ। ਜਿਵੇਂ ਇੱਕ ਵਿਟਨੈਸ ਗਵਾਹੀ ਦਿੰਦਾ ਹੈ,
ਇਦਾਂ ਮਹਾਰਾਜ ਦੇ ਮਹਾਂਪੁਰਸ਼ਾਂ ਦੇ ਜੀਵਨਾਂ ਦੀਆਂ ਸਾਖੀਆਂ ਸਾਨੂੰ ਗਵਾਹੀ ਦਿੰਦੀਆਂ ਵੀ ਉਹਨਾਂ ਨੇ ਨਾਮ ਜਪਿਆ ਸੀ, ਉਹ ਤਰ ਗਏ, ਤੁਸੀਂ ਵੀ ਤਰ ਜਾਓਗੇ। ਭਾਈ ਮਨੀ ਸਿੰਘ ਜੀ ਪੁਰਾਤਨ ਸਿੱਖਾਂ ਦੀਆਂ ਸਾਖੀਆਂ ਸੁਣਾਇਆ ਕਰਦੇ ਸੀਗੇ। ਸੁਣ ਸੁਣ ਕੇ ਸਾਡੇ ਵਰਗਿਆਂ ਦਾ ਮਨ ਵੀ ਤਿਨਾ ਦੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣ ਤਾਸਾ। ਗੁਰਸਿੱਖਾਂ ਦੀ ਕਰਨੀ ਸੁਣ ਕੇ ਸਾਡੇ ਵਰਗਿਆਂ ਦਾ ਵੀ ਹੌਸਲਾ ਬਣਦਾ ਵੀ ਅਸੀਂ ਵੀ ਨਾਮ ਜਪ ਲਈਏ, ਅਸੀਂ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਇੱਦਾਂ ਭਾਈ ਮਨੀ ਸਿੰਘ ਜੀ ਆਪਣੇ ਅਨੁਭਵ ਨਾਲ ਗੁਰਬਾਣੀ ਦੀ ਵਿਆਖਿਆ ਕਰਦੇ ਸੀ। ਦੋਹਰਾ ਮਾਤਾ ਭੇਜੋ ਤਿਸੈ ਕੋ ਦਿੱਲੀ ਤੇ ਸਮਝਾਏ। ਮਾਤਾ ਸੁੰਦਰੀ ਜੀ ਦਿੱਲੀ ਬੈਠੇ ਸਨ ਤੁਰਕਮਾਨ ਮਹੱਲੇ ਵਿੱਚ। ਉੱਥੇ ਮਾਤਾ ਜੀ ਦਾ ਗੁਰਦੁਆਰਾ ਹੈ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਉੱਥੇ ਹੀ ਰਹੇ ਸਾਰੀ ਉਮਰ। ਮਾਤਾ ਜੀ ਨੂੰ 10ਵੇਂ ਪਾਤਸ਼ਾਹ ਇੱਥੇ ਛੱਡ ਗਏ ਸਨ। ਕੁਝ ਸਮਾਂ ਮਾਤਾ ਜੀ ਮਥੁਰਾ ਚਲੇ ਗਏ ਸੀ। ਮਥੁਰਾ ਤੋਂ ਵਾਪਸ ਫਿਰ ਦਿੱਲੀ ਆ ਗਏ। ਮਾਤਾ ਸੁੰਦਰੀ ਜੀ ਲਗਭਗ 10ਵੇਂ ਪਾਤਸ਼ਾਹ ਤੋਂ 40 ਸਾਲ ਬਾਅਦ ਜਿਉਂਦੇ ਰਹੇ, 40 ਸਾਲ ਪੂਰੇ। ਤੇ ਮਾਤਾ ਸਾਹਿਬ ਦੇਵਾਂ ਜੀ ਵੀ ਉੱਥੇ ਰਹੇ ਆ। ਮਾਤਾ ਸਾਹਿਬ ਦੇਵਾਂ ਜੀ ਜਿਹੜੇ ਸਨ ਉਹ ਭਗਤੀ ਜੀ ਰਹਿੰਦੇ ਲੀਨ, ਹਰ ਵੇਲੇ ਸਿਮਰਨ ਕਰਨਾ, ਕਿਸੇ ਨੂੰ ਕੋਈ ਬਚਨ ਨਹੀਂ ਕਰਨਾ। ਤੇ ਮਾਤਾ ਸੁੰਦਰੀ ਜਿਹੜੇ ਸਨ ਉਹ ਸਾਰਾ ਪ੍ਰਬੰਧ ਵੀ ਸੰਭਾਲਦੇ ਤੇ ਭਜਨ ਬੰਦਗੀ ਵੀ ਕਰਦੇ ਸੀ। ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਾ ਕੇ ਉਹਨਾਂ ਨੂੰ ਸਮਝਾ ਕੇ ਭੇਜਿਆ। ਅੰਮ੍ਰਿਤਸਰ ਚੜ੍ਹਦੀ ਚੜ੍ਹੈ ਸਿੱਖਣ ਜਾਏ ਖੁਆਏ। ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਅੰਮ੍ਰਿਤਸਰ ਦਾ ਚੜਾਵਾ ਸੀ ਉਹ ਪਹਿਲਾਂ ਦਿੱਲੀ ਜਾਂਦਾ ਸੀ ਮਾਤਾ ਕੋਲ, ਤੇ ਮਾਤਾ ਉਹ ਚੜਾਵਾ ਜਿੰਨਾ ਕਿ ਇੱਥੇ ਖਰਚਾ ਹੁੰਦਾ ਸੀ ਖਰਚ ਕਰਕੇ ਬਾਕੀ ਬਚਦਾ ਹੋਇਆ ਪਟਨੇ ਸਾਹਿਬ ਭੇਜਦੀ ਸੀ। ਪਟਨੇ ਸਾਹਿਬ ਬੈਂਕ ਸੀ ਖਾਲਸੇ ਦਾ, ਕਿਉਂਕਿ ਉਹ ਸਾਰੇ ਪਾਸਿਓਂ ਥੋੜਾ ਸਾਈਡ ਤੇ ਸੀਗਾ। ਉੱਥੇ ਬੈਂਕ ਇਸ ਕਰਕੇ ਬਣਾਇਆ ਜਿਹੜੇ ਪੂਰਬ ਦੇ ਸਿੱਖ ਸੀਗੇ, ਕਲਕੱਤੇ ਦੇ ਔਰ ਬੰਗਾਲ ਦੇ, ਅਸਾਮ ਦੇ, ਬਿਹਾਰ ਦੇ, ਉਹ ਅਮੀਰ ਬਹੁਤ ਸਨ ਪਰ ਉਹ ਜੰਗ ਲੜਾਈ ਨਹੀਂ ਸੀ ਕਰ ਸਕਦੇ। ਉਹਨਾਂ ਦੀ ਮਹਾਰਾਜ ਨੇ ਇੰਨੀ ਡਿਊਟੀ ਲਾਈ ਸੀ ਵੀ ਤੁਸੀਂ ਇਹ ਸਾਡਾ ਜਿਹੜਾ ਆਰਥਿਕ ਤੌਰ ਤੇ ਸਿਸਟਮ ਹੈ ਉਹ ਹੀ ਸਾਂਭੀ ਰੱਖੋ, ਤੇ ਇੱਥੋਂ ਮਾਇਆ ਜਿੰਨੀ ਲੋੜ ਹੈ ਮੰਗਾ ਲਿਆ ਕਰਾਂਗੇ। ਪਹਿਲਾਂ ਉੱਧਰੋਂ ਪਟਨੇ ਸਾਹਿਬ ਤੋਂ ਹੀ ਮਾਇਆ ਸਾਰੀ ਜ਼ਿਆਦਾ ਆਈ ਹੈ। ਕਦੀ ਮਹਾਰਾਜ ਦੇ ਹੁਕਮਨਾਮੇ ਪੜ੍ਹ ਕੇ ਦੇਖੀਏ। ਔਰ ਜਦੋਂ ਜਮ੍ਹਾਂ ਕਰਨੀ ਉਹ ਵੀ ਪਟਨੇ ਸਾਹਿਬ ਹੀ ਹੁੰਦੀ ਸੀ ਜਾ ਕੇ। ਮਾਤਾ ਜੀ ਨੇ ਜਦੋਂ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਭੇਜਿਆ ਅੰਮ੍ਰਿਤਸਰ, ਜਿਸਨੇ ਆਏ ਬੰਦੋਬਸਤ ਕੀਆ, ਇਹ ਕਹਿ ਦਿੱਤਾ ਵੀ ਹੁਣ ਅੰਮ੍ਰਿਤਸਰ ਦਾ ਚੜਾਵਾ ਅੰਮ੍ਰਿਤਸਰ ਹੀ ਰੱਖਿਆ ਕਰੋ, ਦਿੱਲੀ ਭੇਜਣ ਦੀ ਵੀ ਲੋੜ ਨਹੀਂ ਤੇ ਪਟਨੇ ਭੇਜਣ ਦੀ ਵੀ ਲੋੜ ਨਹੀਂ। ਮਾਤਾ ਚੜਾਵਾ ਖਾਲਸੇ ਬਖਸ਼ਿਆ। ਮਾਤਾ ਨੇ ਸਾਰਾ ਚੜਾਵਾ ਸ੍ਰੀ ਹਰਿਮੰਦਰ ਸਾਹਿਬ ਦੀ ਆਮਦਨ ਦਾ ਖਰਚੇ ਦਾ ਜ਼ਿੰਮਾ ਹੀ ਭਾਈ ਮਨੀ ਸਿੰਘ ਨੂੰ ਦੇ ਦਿੱਤਾ। ਤੁਸੀਂ ਖਾਲਸੇ ਨੂੰ ਲੰਗਰ ਛਕਾਈ ਜਾਓ, ਜੋ ਆਮਦਨ ਹੈ ਉੱਥੇ ਹੀ ਖਰਚ ਕਰੀ ਜਾਓ, ਸਾਨੂੰ ਨਹੀਂ ਚਾਹੀਦੀ। ਹੁਣ ਅੱਗੇ ਚੜਾਵਾ ਪਟਨੇ ਜਾਵੇ। ਅੱਗੇ ਚੜਾਵਾ ਜਿਹੜਾ ਸੀ ਨਾ ਸਾਰਾ ਜਿੰਨਾ ਵੀ ਖਜ਼ਾਨਾ ਹੁੰਦਾ ਸੀ ਮਹਾਰਾਜ 10ਵੇਂ ਪਾਤਸ਼ਾਹ ਦੇ ਟਾਈਮ ਤੋਂ ਵੀ ਜਿਹੜੀ ਮਾਇਆ ਜਮ੍ਹਾਂ ਕਰਨੀ ਹੁੰਦੀ ਸੀ, ਕਿਉਂਕਿ ਕਈ ਵਾਰੀ ਮਾਇਆ ਜਮ੍ਹਾਂ ਇਸ ਕਰਕੇ ਹੁੰਦੀ ਵੀ ਕੋਈ ਅੱਗੇ ਸਮਾਂ ਵਿਪਤਾ ਦਾ ਆ ਜਾਵੇ ਤੇ ਮਾਇਆ ਦੀ ਲੋੜ ਪਵੇ। ਇੱਥੇ ਜੰਗਾਂ ਯੁੱਧਾਂ 'ਚ ਮਾਇਆ ਤੁਰਕ ਖੋਹ ਸਕਦੇ ਆ, ਲੁੱਟ ਸਕਦੇ ਆ, ਕਬਜ਼ਾ ਹੋ ਸਕਦਾ। ਥੋੜੀ ਸਾਈਡ ਦੇ ਉੱਤੇ ਮਾਇਆ ਰੱਖੀ ਜਾਂਦੀ ਸੀ। ਉਦੋਂ ਅੱਜ ਕੱਲ੍ਹ ਬੈਂਕ ਸਿਸਟਮ ਤਾਂ ਨਹੀਂ ਸੀਗੇ, ਜਮ੍ਹਾਂ ਹੋਰ ਤਰੀਕੇ ਨਾਲ ਕਰਨੀ ਪੈਂਦੀ ਸੀ। ਸਾਰੀ ਮਾਇਆ ਜਿਹੜੀ ਸੀ ਚੜਾਵਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਦਿੱਲੀ ਦਾ, ਹੋਰ ਸੰਗਤਾਂ ਦਾ ਮਾਤਾ ਦਿੱਲੀ ਤੋਂ ਪਟਨੇ ਸਾਹਿਬ ਭੇਜਦੀ ਸੀ, ਉੱਥੇ ਰਹਿੰਦਾ ਸੀ ਪਹਿਲਾਂ। ਮਾਤਾ ਕਹਿਨੇ ਤੇ ਇਹਾਂ ਆਵੇ। ਹੁਣ ਜਦੋਂ ਮਾਤਾ ਕਹਿੰਦੀ ਸੀ ਪਟਨੇ ਤੋਂ ਇੰਨੀ ਮਾਇਆ ਮੰਗਾ ਲਓ, ਉਨੀ ਆ ਜਾਂਦੀ ਸੀ। ਉਦੋਂ ਵੀ ਸਿਸਟਮ ਚੈੱਕ ਵਾਲੇ ਸਨ, ਜਿਵੇਂ ਅੱਜ ਕੱਲ੍ਹ ਚੈੱਕ ਸਿਸਟਮ ਹੈ ਨਾ, ਬਈ ਇੱਥੋਂ ਚੈੱਕ ਬੁਲਾਓ, ਉੱਥੇ ਜਾ ਕੇ ਬੈਂਕ 'ਚ ਦਿਓ, ਉੱਥੋਂ ਲੈ ਲਓ। ਹੁਣ ਤਾਂ ਹੋਰ ਬੜੀ ਸਹੂਲਤਾਂ ਹੋ ਗਈਆਂ। ਪਹਿਲਾਂ ਹੁੰਡੀ ਹੁੰਦੀ ਸੀ, ਹੁੰਡੀ। ਇੱਕ ਸ਼ਾਹੂਕਾਰ ਹੁੰਡੀ ਕਰ ਦਿੰਦਾ ਸੀ। ਮਾਨੋ ਦਿੱਲੀ ਤੋਂ ਪੈਸੇ ਕਿਸੇ ਸ਼ਾਹੂਕਾਰ ਨੂੰ ਫੜਾ ਦਿੱਤੇ, ਉਹਨੇ ਹੁੰਡੀ ਕਰਤੀ, ਪਟਨੇ ਦੇ ਸ਼ਾਹੂਕਾਰ ਨੂੰ ਜਾ ਕੇ ਦੇਣੀ ਹੁੰਡੀ, ਕਾਗਜ਼ ਦੇਣਾ, ਉਹਨੇ ਪੈਸੇ ਉਹਨੇ ਦੇ ਦੇਣੇ। ਇੱਦਾਂ ਦਾ ਕੰਮ ਚੱਲਦਾ ਸੀ। ਸੋ ਉਸ ਤਰੀਕੇ ਨਾਲ ਮਾਇਆ ਜਿਹੜੀ ਸੀ ਪਟਨੇ ਦੀ ਉੱਥੇ ਜਮ੍ਹਾਂ ਰਹਿੰਦੀ ਸੀ। ਜੇ ਮਾਤਾ ਨੂੰ ਲੋੜ ਪੈਂਦੀ ਸੀ ਉੱਥੋਂ ਹੁੰਡੀ ਮੰਗਾ ਲੈਂਦੀ ਸੀ। ਜੇ ਜਮ੍ਹਾਂ ਕਰਾਣੇ ਹੁੰਦੇ ਸੀ ਪਟਨੇ ਜਮ੍ਹਾਂ ਕਰਾ ਦਿੰਦੀ ਸੀ। ਹੁਣ ਮਾਤਾ ਨੇ ਕਿਹਾ ਵੀ ਅੰਮ੍ਰਿਤਸਰ ਹੀ ਖਜ਼ਾਨਾ ਰੱਖੋ, ਸਿੰਘ ਬਹੁਤ ਹੋ ਗਿਆ ਤੇ ਹੁਣ ਪਟਨੇ ਸਾਹਿਬ ਦੀ ਮਾਇਆ ਭੇਜਣ ਜੋਗੀ ਹੈ ਨਹੀਂ, ਇੱਥੇ ਹੀ ਲੰਗਰ ਚਲਾਓ ਤੇ ਵਰਤੋ। ਸਤਿਗੁਰ ਖੁਸ਼ੀ ਥੀ ਖਾਲਸੇ ਭਈ। ਮਹਾਰਾਜ ਦੀ ਗੁਰੂ ਖਾਲਸੇ ਤੇ ਬਹੁਤ ਹੀ ਖੁਸ਼ੀ ਹੋਈ ਸੀ। 10ਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ, ਖਾਲਸਾ ਮੇਰਾ ਰੂਪ ਹੈ ਖਾਸ,
ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ। ਇੱਥੋਂ ਤੱਕ ਮਹਾਰਾਜ ਨੇ ਕਹਿਤਾ ਵੀ ਖਾਲਸਾ ਮੇਰਾ ਸਤਿਗੁਰੂ ਹੈ। ਹਾਂਜੀ, ਸੋ ਮਾਤਾ ਸੁਨ ਸਿੰਘਣ ਦਈ। ਉਹ ਬਚਨ ਸੁਣ ਕੇ ਮਾਤਾ ਜੀ ਨੇ ਵਿਚਾਰ ਕੀਤੀ ਵੀ ਹੁਣ ਅਸੀਂ ਤਾਂ ਸੱਚਖੰਡ ਚਲੇ ਜਾਣਾ ਥੋੜੇ ਸਮੇਂ ਨੂੰ, ਕਿਉਂਕਿ ਅੱਗੇ ਸਾਹਿਬਜ਼ਾਦੇ ਤਾਂ ਸ਼ਹੀਦ ਹੀ ਹੋ ਚੁੱਕੇ ਸਨ ਚਾਰੇ। ਕਹਿੰਦੇ ਆ ਮਾਤਾ ਜੀ ਨੇ ਇੱਕ ਸੁਨਿਆਰਿਆਂ ਦਾ ਪੁੱਤਰ ਪਾਲਿਆ ਸੀਗਾ, ਉਹ ਬੜਾ ਸੁੰਦਰ ਸੀ ਤੇ ਉਹਦੀ ਸ਼ਕਲ ਬਾਬਾ ਅਜੀਤ ਸਿੰਘ ਨਾਲ ਰਲਦੀ ਸੀਗੀ। ਤੇ ਮਾਤਾ ਸੁੰਦਰੀ ਜੀ ਜਦੋਂ ਉਹਨੂੰ 4 ਸਾਲ ਦੇ ਨੂੰ ਗੋਦ ਲੈ ਕੇ ਪਾਲਣ ਲੱਗੇ ਤੇ 10ਵੇਂ ਪਾਤਸ਼ਾਹ ਕਹਿਣ ਲੱਗੇ, ਸੁੰਦਰੀ ਜੀ ਕਾਂ ਜਿਹੜੇ ਨੇ ਹੰਸਾਂ ਦੀ ਰੀਸ ਨਹੀਂ ਕਰ ਸਕਦੇ, ਇਹ ਤੈਨੂੰ ਦੁੱਖ ਦੇਵੇਗਾ। ਉਹੀ ਗੱਲ ਹੋਈ, ਉਹ ਬੱਚਾ ਜਿਹੜਾ ਮਾਤਾ ਜੀ ਦੇ ਕਹਿਣੇ ਤੋਂ ਬਾਹਰ ਹੋ ਗਿਆ ਸੀ, ਇਸ ਕਰਕੇ ਉਹ ਵੀ ਮਾਤਾ ਨੇ ਤਿਆਗ ਦਿੱਤਾ ਤੇ ਖਾਲਸੇ ਦਾ ਨਹੀਂ ਮਾਤਾ ਦੀ ਨਿਗਾਹ ਸੀਗੀ। ਸੋ ਮਾਤਾ ਕਹਿੰਦੀ ਹੁਣ ਮੈਂ ਤਾਂ ਬੁੱਢੀ ਹੋ ਗਈ ਹਾਂ, ਸੱਚਖੰਡ ਚਲੇ ਜਾਣਾ, ਜਿੰਨੀ ਮਾਇਆ ਆਮਦਨ ਹੈ ਖਾਲਸਾ ਹੀ ਸਾਂਭੇ। ਹੁਣ ਇਹ ਮੇਰਾ ਪੁੱਤਰ ਖਾਲਸਾ ਹੀ ਹੈ। ਸਤਿਗੁਰ ਕਹਿਓ ਤੋ ਹਮ ਸਿੰਘ ਪਿਆਰੇ। ਕਿਉਂਕਿ ਮਹਾਰਾਜ 10ਵੇਂ ਪਾਤਸ਼ਾਹ ਦਾ ਬਚਨ ਮਾਤਾ ਨੂੰ ਯਾਦ ਸੀ ਕਿ ਸਤਿਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਸਿੰਘ ਹੀ ਪਿਆਰੇ, ਸਿੰਘ ਹੀ ਸਾਡੇ ਪੁੱਤਰ ਹਨ। ਪੁੱਤਰ ਪੋਤਰੇ ਏਈ ਹਮਾਰੇ। ਮਹਾਰਾਜ 10ਵੇਂ ਪਾਤਸ਼ਾਹ ਹੀ ਕਹਿੰਦੇ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਖ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਸਾਡੇ ਪੁੱਤਰ, ਇਹ ਸਾਡੇ ਪੋਤਰੇ, ਜਿੰਨਾ ਸਾਡਾ ਖਜ਼ਾਨਾ ਸਾਡਾ ਖਾਲਸਾ ਹੀ ਖਾਏਗਾ। श्री मुख वाग दान दियो इन्हीं को भलो और आन को दान ना लागत निको। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਖਾਲਸੇ ਦੀ ਮਹਿਮਾ ਲਿਖਦੇ ਹੋਏ ਬਚਨ ਲਿਖੇ। ਸਵਈਆ ਸ੍ਰੀ ਮੁਖ ਵਾਗ ਪਾਤਸ਼ਾਹੀ 10ਵੀਂ ਹਜੂਰ ਕਲਗੀਧਰ ਪਾਤਸ਼ਾਹ ਦੇ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇਹ 716 ਅੰਗ ਦੇ ਉੱਤੇ ਸ਼ਬਦ ਹੈ ਕਿ ਦਾਨ ਦਿਓ ਇਨਹੀ ਕੋ ਭਲੋ। ਇਹ ਖਾਲਸੇ ਨੂੰ ਦਿੱਤਾ ਦਾਨ ਹੀ ਭਲਾ ਹੈ। ਆਨ ਕੋ ਦਾਨ ਨਾ ਲਾਗਤ ਨਹੀਂ ਕੋ। ਹੋਰ ਜੇ ਕਿਸੇ ਨੂੰ ਕੱਚੇ ਪਿੱਲੇ ਨੂੰ, ਸ਼ਰਾਬੀ ਕਬਾਬੀ ਨੂੰ, ਉਹਨੂੰ ਆਪਾਂ ਦਾਨ ਦੇਾਂਗੇ ਉਹ ਲੱਗੇਗਾ ਨਹੀਂ। ਦਾਨ ਉਹੀ ਲੱਗੇਗਾ ਜਿਹੜਾ ਗੁਰੂ ਕੇ ਖਾਲਸੇ ਨੂੰ ਲੰਗਰ ਪ੍ਰਸ਼ਾਦਾ ਛਕਾਵਾਂਗੇ। ਪੁਜਾਰਨ ਸਿਰ ਬੜੋ ਪੁਜਾਰੀ। ਭਾਈ ਸਾਹਿਬ ਭਾਈ ਮਨੀ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀ ਪੁਜਾਰੀਆਂ ਚੋਂ ਵੱਡੇ ਸਨ। ਪੁਜਾਰਨ ਸਿਰ ਵੱਡੋ ਪੁਜਾਰੀ, ਵੱਡੇ ਗ੍ਰੰਥੀ ਸਨ ਸਾਰਿਆਂ ਚੋਂ ਦਰਬਾਰ ਸਾਹਿਬ ਜੀ ਦੇ। ਤੋ ਸਤਿਗੁਰ ਕਰ ਬੜ ਇਤਬਾਰੀ। ਗੁਰੂ ਘਰ 'ਚ ਸਭ ਤੋਂ ਜ਼ਿਆਦਾ ਇਤਬਾਰ ਭਰੋਸਾ ਭਾਈ ਮਨੀ ਸਿੰਘ ਤੇ ਕੀਤਾ ਜਾਂਦਾ ਸੀ। 10ਵੇਂ ਪਾਤਸ਼ਾਹ ਕੋਲ ਵੀ ਦੀਵਾਨ ਰਹੇ ਨੇ। ਜਦੋਂ ਸਾਧ ਸੰਗਤ ਜੀ ਪੌਂਟੇ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਠਹਿਰੇ, ਉਦੋਂ ਭਾਈ ਮਨੀ ਸਿੰਘ ਪੌਂਟਾ ਸਾਹਿਬ ਰਹੇ। ਬਹੁਤੀ ਬਾਣੀ ਉੱਥੇ 10ਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਤੇ ਭਾਈ ਮਨੀ ਸਿੰਘ ਹੀ ਲਿਖਿਆ ਕਰਦੇ। ਜਾਪ ਸਾਹਿਬ ਮਹਾਰਾਜ ਨੇ ਉਚਾਰਿਆ ਤਾਂ ਭਾਈ ਮਨੀ ਸਿੰਘ ਨੇ ਲਿਖਿਆ। ਅਕਾਲ ਉਸਤਤ ਮਹਾਰਾਜ ਨੇ ਉਚਾਰਿਆ ਤੇ ਭਾਈ ਮਨੀ ਸਿੰਘ ਨੇ ਲਿਖਿਆ। ਜਿੰਨੀ ਬਾਣੀ ਮਹਾਰਾਜ ਆਪ ਉਚਾਰਦੇ ਸੀ ਉਹ ਮਨੀ ਸਿੰਘ ਤੋਂ ਲਿਖਾਉਂਦੇ ਸੀ, ਉਹਦੇ ਤੇ ਪੂਰਾ ਵਿਸ਼ਵਾਸ ਭਰੋਸਾ ਰੱਖਦੇ ਸੀ। ਦੀਵਾਨ ਬਣਾਇਆ ਹੋਇਆ ਸੀ ਆਪਣਾ, ਜਿਵੇਂ ਦਰਬਾਰਾ ਸਿੰਘ ਦੀਵਾਨ ਹੋਇਆ, ਇਸੇ ਤਰ੍ਹਾਂ ਮਨੀ ਸਿੰਘ ਵੀ ਦੀਵਾਨ ਰਹੇ 10ਵੇਂ ਪਾਤਸ਼ਾਹ। ਜਦੋਂ ਮਹਾਰਾਜ ਨੂੰ ਬਾਬਾ ਰਾਮ ਰਾਏ ਜੀ ਦੇ ਮਰਨ ਦੀ ਖਬਰ ਮਿਲੀ, ਬਾਬਾ ਰਾਮ ਰਾਏ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਭਤੀਜੇ ਲੱਗਦੇ ਸਨ, ਕਿਉਂਕਿ ਉਹ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਸਨ ਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਤੇ ਗੁਰੂ ਗੋਬਿੰਦ ਸਿੰਘ ਬਾਬਾ ਗੁਰਦਿੱਤਾ ਜੀ ਦੇ ਭਤੀਜੇ ਸਨ। ਇਸ ਨਾਤੇ ਚਾਚੇ ਲੱਗੇ ਨਾ। ਤੇ ਬਾਬਾ ਰਾਮ ਰਾਏ ਜੀ ਨੇ 10ਵੇਂ ਪਾਤਸ਼ਾਹ ਕੋਲੋਂ ਪੌਂਟੇ ਸਾਹਿਬ ਆ ਕੇ ਬੇੜੀ 'ਚ ਮੁਲਾਕਾਤ ਕੀਤੀ ਸੀ ਤੇ ਆਪਣੀ ਭੁੱਲ ਦੀ ਮਾਫੀ ਮੰਗ ਲਈ ਸੀ। ਮਹਾਰਾਜ 10ਵੇਂ ਪਾਤਸ਼ਾਹ ਬੜੇ ਖੁਸ਼ ਪ੍ਰਸੰਨ ਹੋ ਕੇ ਕਿਹਾ ਸੀ, ਰਾਮ ਰਾਏ ਜੀ ਤੁਸੀਂ ਤਾਂ ਬਖਸ਼ੇ ਗਏ ਪਰ ਤੁਹਾਡੀ ਸੰਗਤ ਨਹੀਂ ਬਖਸ਼ੀ ਜਾਣੀ। ਕਿਉਂਕਿ ਉਹ ਰਾਮ ਰਾਏ ਈਰਖਾ ਰੱਖਦੇ ਨਦੀ ਦੇ ਕੰਢੇ ਤੇ ਖੜੇ ਖੜੇ 10ਵੇਂ ਪਾਤਸ਼ਾਹ ਦੀ ਨਿੰਦਾ ਕਰ ਰਹੇ ਸਨ। ਗੱਲਾਂ ਕਰ ਰਹੇ ਸਨ ਵੀ ਇਹ ਗੁਰੂ ਛੋਟੀ ਜਿਹੀ ਉਮਰ ਦਾ ਹੈ, ਸਾਡਾ ਬਾਬਾ ਰਾਮ ਰਾਏ ਵੱਡਾ। ਰਾਮ ਰਾਏ 10ਵੇਂ ਪਾਤਸ਼ਾਹ ਦਾ ਭਤੀਜਾ ਸੀ ਪਰ ਉਮਰ 'ਚ 20 ਸਾਲ ਵੱਡਾ ਸੀਗਾ, ਫਰਕ ਸੀਗਾ ਉਮਰ ਦਾ। ਤੇ ਉਹ ਮਹਾਰਾਜ ਦੀ ਉਮਰ ਉਸ ਵੇਲੇ 17-18 ਸਾਲ ਦੀ ਸੀ ਜਦੋਂ ਪੌਂਟੇ ਸਾਹਿਬ ਮਹਾਰਾਜ ਉਹਨੂੰ ਮਿਲੇ ਰਾਮ ਰਾਏ ਨੂੰ। ਤੋ ਰਾਮ ਰਾਏ ਦੇ ਚੇਲਿਆਂ ਨੇ ਕੁਝ ਉੱਥੇ ਨਦੀ ਦੇ ਖੜੇ ਖੜੇ ਤਰਕ ਕੀਤੀ ਸੀ ਤੇ ਮਹਾਰਾਜ ਦਾ ਜਾਣੀ ਜਾਣ ਬੇੜੀ 'ਚ ਬੈਠੇ ਬੈਠੇ ਰਾਮ ਰਾਏ ਨੂੰ ਕਹਿੰਦੇ ਤੇਰੀ ਸੰਗਤ ਖੋਟੀ ਹੈ। ਤੇ ਬਾਬਾ ਰਾਮ ਰਾਏ ਨੂੰ ਥੋੜੇ ਦਿਨਾਂ ਬਾਅਦ ਉਹਨਾਂ ਨੇ ਮਸੰਦਾਂ ਨੇ ਜਿਉਂਦੇ ਸਾੜ ਦਿੱਤਾ। ਕਿਵੇਂ ਸਾੜਿਆ ਕਿ ਬਾਬਾ ਰਾਮ ਰਾਏ ਜੀ ਆਤਮਿਕ ਸ਼ਕਤੀ ਦੇ ਨਾਲ ਆਪਣੇ ਕਿਸੇ ਸਿੱਖ ਦਾ ਡੁੱਬਦਾ ਜਹਾਜ਼ ਬੰਨੇ ਲਾਉਣ ਲਈ ਕਿਤੇ ਹੋਰ ਕਿਸੇ ਦੇਸ਼ ਵਿੱਚ ਆਪਣਾ ਸਰੀਰ ਇੱਥੇ ਛੱਡ ਕੇ ਚਲੇ ਗਏ। ਇੱਕ ਸਿੱਧੀ ਹੁੰਦੀ ਹੈ ਵੀ ਸਰੀਰ ਛੱਡ ਕੇ
ਆਤਮਿਕ ਤੌਰ ਤੇ ਦੂਰ ਚਲੇ ਜਾਣਾ, ਦੂਰ ਗਮਨ ਕਰ ਲੈਣਾ। ਸਰੀਰ ਲੈ ਕੇ ਵੀ ਜਾ ਸਕਦੇ ਆ, ਸਰੀਰ ਛੱਡ ਕੇ ਵੀ ਜਾ ਸਕਦੇ। ਬਾਬਾ ਰਾਮ ਰਾਏ ਜੀ ਦੇ 4 ਵਿਆਹ ਸਨ, 4 ਸ਼ਾਦੀਆਂ ਸਨ, ਬੱਚਾ ਕੋਈ ਨਹੀਂ ਸੀਗਾ। ਉਹਨਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਚਨ ਹੀ ਹੋਇਆ ਸੀ। ਜਦੋਂ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਿਹਾ ਸੀ ਨਾ ਵੀ ਇਹ ਚੇਚਕ ਦੇ ਖਾਜੇ ਬਣਨਗੇ ਸੀਤਲਾ ਦੇ ਮਾਤਾ ਦੇ, ਤੇ ਸੰਗਤ ਨੇ ਆਖਿਆ ਸੀ ਸਤਿਗੁਰੂ ਜੀ ਤੁਸੀਂ ਵੀ ਕੋਈ ਬਚਨ ਕਰੋ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਸਾਡਾ ਵੱਡਾ ਭਾਈ ਹੈ, ਜੋ ਉਹਨੇ ਕਹਿਤਾ ਅਸੀਂ ਪ੍ਰਵਾਨ ਕਰਨਾ, ਕਿਉਂਕਿ ਉਹਨੂੰ ਗੁਰੂ ਹਰਾਏ ਸਾਹਿਬ ਦਾ ਬਚਨ ਹੈ ਵੀ ਜੋ ਤੂੰ ਬੋਲੇਗਾ ਉਹ ਪੂਰਾ ਹੋਏਗਾ। ਅਸੀਂ ਆਪਣੇ ਭਾਈ ਦਾ ਬਚਨ ਨਹੀਂ ਬਦਲਣਾ, ਜੋ ਉਹਨੇ ਕਹਿਤਾ ਠੀਕ ਹੈ ਅਸੀਂ ਤਾਂ ਸਰੀਰ ਛੱਡਾਂਗੇ। ਸੀਤਲਾ ਨਾਲ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਸਰੀਰ ਛੱਡਿਆ ਦਿੱਲੀ ਦੇ ਵਿੱਚ। ਪਰ ਸੰਗਤ ਨੇ ਇਹ ਕਿਹਾ ਮਹਾਰਾਜ ਤੁਸੀਂ ਕੋਈ ਬਚਨ ਕਰੋ, ਨਹੀਂ ਤਾਂ ਲੋਕ ਕਹਿਣਗੇ ਵੀ ਗੁਰੂ ਨਾਨਕ ਦੀ ਗੱਦੀ 'ਚ ਸ਼ਕਤੀ ਕੋਈ ਨਹੀਂ, ਰਾਮ ਰਾਏ 'ਚ ਜ਼ਿਆਦਾ ਹੈ। ਤੇ ਸਤਿਗੁਰਾਂ ਸੁਭਾਵਕ ਹੀ ਬਚਨ ਕੀਤਾ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਇੱਕ ਤਾਂ ਔਲਾਦ ਕੋਈ ਨਹੀਂ ਹੋਣੀ, ਬੇਔਲਾਦੇ ਜਾਣਗੇ ਸਾਡੇ ਵੱਡੇ ਭਾਈ ਸਾਹਿਬ, ਦੂਜੇ ਜਿਉਂਦੇ ਸੜਨਗੇ। ਇਹ ਬਚਨ ਹੋਇਆ ਸੀ ਵੀ ਈਰਖਾ ਦੇ ਛੱਡਦੇ ਰਹਿੰਦੇ ਆ, ਜਿਉਂਦੇ ਹੀ ਸੜਨਗੇ। ਉਹੀ ਬਚਨ ਹੋਇਆ ਬਾਬਾ ਰਾਮ ਰਾਏ ਜੀ ਜਦੋਂ ਆਪਣੇ ਸੇਵਕ ਦੀ ਸਹਾਇਤਾ ਕਰਨ ਚਲੇ ਗਏ। ਉਹ ਮਕਾਨ ਅਜੇ ਵੀ ਮੌਜੂਦ ਹੈ ਜਿਹਦੇ 'ਚ ਬਾਬਾ ਜੀ ਲੰਮੇ ਪਏ ਸੀ, ਉਹਨਾਂ ਦਾ ਸਰੀਰ ਸੀਗਾ। ਮੈਂ ਦਾਸ ਨੇ ਦਰਸ਼ਨ ਕੀਤੇ, ਉੱਥੇ ਦੇਹਰਾਦੂਨ ਡੇਰਾ ਬਣਿਆ ਹੋਇਆ ਉਹਨਾਂ ਦਾ। ਬਾਬਾ ਰਾਮ ਰਾਏ ਜੀ ਸਿੱਖ ਦੀ ਸਹਾਇਤਾ ਕਰਨ ਚਲੇ ਗਏ ਤੇ ਪੰਜਾਬ ਕੌਰ ਆਪਣੀ ਵੱਡੀ ਘਰ ਵਾਲੀ ਨੂੰ ਬੂਹੇ ਅੱਗੇ ਭਾ ਗਏ ਵੀ ਤੂੰ ਮੇਰੇ ਸਰੀਰ ਨੂੰ ਕਿਸੇ ਨੂੰ ਹੱਥ ਨਾ ਲਾਣ ਦੇਈਂ, ਕਿਸੇ ਨੂੰ ਅੰਦਰ ਨਾ ਆਣ ਦੇਈਂ। ਦਿਨ ਲੰਘ ਗਿਆ, ਰਾਤ ਲੰਘ ਗਈ, 24 ਘੰਟੇ ਬਾਅਦ ਮਸੰਦਾ ਨੇ ਰੌਲਾ ਪਾ ਲਿਆ ਬਾਬਾ ਜੀ ਤੇ ਚੜ੍ਹਾਈ ਕਰਕੇ ਮਾਈ ਤੂੰ ਸੰਸਕਾਰ ਕਿਉਂ ਨਹੀਂ ਕਰਨ ਦਿੰਦੀ। ਉਹ ਕਹਿੰਦੀ ਬਾਬਾ ਜੀ ਚੜ੍ਹਾਈ ਨਹੀਂ ਕੀਤੀ, ਬਾਬਾ ਜੀ ਵਾਪਸ ਆਉਣਗੇ। ਇਹਨਾਂ ਨੇ ਧੱਕੇ ਨਾਲ ਮਾਈ ਨੂੰ ਪਰੇ ਕੀਤਾ ਤੇ ਅੰਦਰੋਂ ਬਾਬੇ ਦਾ ਸਰੀਰ ਕੱਢਿਆ, ਲੱਕੜਾਂ ਚਿੜੀਆਂ ਅੱਗ ਲਾ ਦਿੱਤੀ, ਸੰਸਕਾਰ ਕਰ ਦਿੱਤਾ। ਜਦੋਂ ਅੱਗ ਲਾ ਦਿੱਤੀ ਤੇ ਬਾਬਾ ਰਾਮ ਰਾਏ ਜੀ ਦੀ ਆਤਮਾ ਆਕਾਸ਼ ਮੰਡਲ ਤੋਂ ਜਦੋਂ ਆਈ ਤੇ ਮਾਤਾ ਪੰਜਾਬ ਕੌਰ ਨੂੰ ਦਰਸ਼ਨ ਦਿੱਤੇ, ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਹੁਣ ਜੋ ਭਾਣਾ ਵਰਤ ਗਿਆ, ਸਰੀਰ ਤਾਂ ਮੇਰਾ ਅੱਧੇ ਨਾਲੋਂ ਜ਼ਿਆਦਾ ਸੜ ਚੁੱਕਾ, ਹੁਣ ਮੈਂ ਇਹਦੇ 'ਚ ਆਉਣਾ ਨਹੀਂ, ਪਰ ਤੂੰ ਮੇਰਾ ਬਦਲਾ ਜ਼ਰੂਰ ਲਵੀਂ। 10ਵੇਂ ਪਾਤਸ਼ਾਹ ਮਹਾਰਾਜ ਮੇਰੇ ਚਾਚਾ ਜੀ ਪੌਂਟੇ ਸਾਹਿਬ ਬੈਠੇ, ਉਹਨਾਂ ਨੂੰ ਖਬਰ ਕਰ ਦੇਵੀਂ। ਭਾਈ ਸਾਹਿਬ ਭਾਈ ਮਨੀ ਸਿੰਘ ਤੇ 10ਵੇਂ ਪਾਤਸ਼ਾਹ ਕਲਗੀਧਰ ਜੀ ਕੋਲ ਜਦੋਂ ਗੱਲ ਆਈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਬ ਕੌਰ ਨੂੰ ਆਖਿਆ ਵੀ ਤੂੰ ਇੰਝ ਕਰ, ਹੁਕਮਨਾਮਾ ਜਾਰੀ ਕਰ ਦੇ ਆਪਣੇ ਡੇਰੇ ਵੱਲੋਂ ਵੀ ਅਸੀਂ ਬਾਬਾ ਰਾਮ ਰਾਏ ਜੀ ਦੇ ਭੋਗ ਤੇ ਸਾਰਿਆਂ ਮਸੰਦਾਂ ਨੂੰ ਸਰੋਪੇ ਦੇਣੇ ਆ, ਤੇ ਜਿਹੜਾ ਆਵੇ ਵੱਧ ਚੜ੍ਹ ਕੇ ਆਵੇਗਾ ਉਹਨੂੰ ਸੋਨੇ ਦੇ ਕੜੇ ਪਾਵਾਂਗੇ ਤੇ ਕੈਂਠੇ ਪਾਵਾਂਗੇ, ਸਾਰਿਆਂ ਮਸੰਦਾਂ ਦਾ ਸਤਿਕਾਰ ਕਰਾਂਗੇ। ਉਹ ਮਾਈ ਪੰਜਾਬ ਕੌਰ ਨੇ ਹੁਕਮਨਾਮੇ ਜਾਰੀ ਕਰ ਦਿੱਤੇ। ਜਿੰਨੇ ਮਸੰਦ ਸੀਗੇ ਨਾ ਰਾਮ ਰਾਈਆਂ ਦੇ, ਉਹ ਬੜੇ ਚੌੜੇ ਹੋ ਕੇ ਆਏ ਵੀ ਐਤਕੀ ਸੋਨੇ ਦੇ ਕੈਂਠੇ ਪੈਣੇ ਆ, ਕੜੇ ਪੈਣੇ ਆ। ਇੱਧਰੋਂ ਨਹੀਂ ਦੱਸਿਆ ਵੀ 10ਵੇਂ ਪਾਤਸ਼ਾਹ ਵੀ ਆ ਰਹੇ। ਐਨ ਭੋਗ ਤੋਂ ਇੱਕ ਰਾਤ ਪਹਿਲਾਂ ਮਹਾਰਾਜ ਪਹੁੰਚ ਗਏ ਦੇਹਰਾਦੂਨ, ਉੱਥੋਂ 50 ਕਿਲੋਮੀਟਰ ਹੀ ਹੈ ਪੌਂਟੇ ਸਾਹਿਬ ਤੋਂ। ਉੱਥੇ ਜਾ ਕੇ ਪਾਤਸ਼ਾਹ ਨੇ ਵਿਉਂਤਬੰਦੀ ਕਰ ਦਿੱਤੀ, ਸਿੰਘਾਂ ਦੀ ਫੌਜ ਲਾ ਦਿੱਤੀ। ਤੇ ਅੱਜ ਵੀ ਉੱਥੇ ਉਹ ਟੈਲੀਫੋਨ ਹੈਗਾ ਜਿਹੜਾ ਉਦੋਂ ਵਰਤਿਆ ਗਿਆ। ਅੱਜ ਕੱਲ੍ਹ ਦਾ ਟੈਲੀਫੋਨ ਹੁਣ ਚੱਲਿਆ ਨਾ, ਅੱਜ ਤੋਂ 300 ਸਾਲ ਪਹਿਲਾਂ ਮਹਾਰਾਜ ਨੇ ਉੱਥੇ ਵਰਤਿਆ। ਇੱਕ ਉੱਥੇ ਇੱਦਾਂ ਦੀ ਸਲੀਬ ਬਣੀ ਹੋਈ ਆ, ਉਹਦੇ ਵਿੱਚ ਪੈਪ ਹੈ। ਉਹ ਪੈਪ ਦੇ ਵਿੱਚ ਇੱਧਰੋਂ ਬੋਲੀਏ ਤੇ ਦੂਜੇ ਪਾਸੇ ਆਵਾਜ਼ ਜਾਂਦੀ ਹੈ ਤੇ ਉੱਥੋਂ ਸੁਣ ਕੇ ਬਾਹਰ ਉਹ ਸਿੰਘ ਬੈਠਾ ਸੀਗਾ, ਉੱਥੋਂ ਮਹਾਰਾਜ ਬੋਲ ਦਿੰਦੇ ਸੀ, ਸਿੰਘ ਨੂੰ ਕਹਿ ਦਿੰਦੇ ਸੀ ਵੀ ਬੋਲਦੇ 2 ਬੰਦਿਆਂ ਨੂੰ ਭੇਜਦੇ ਫਲਾਣੇ ਫਲਾਣੇ ਮਸੰਦ ਆ ਜਾਓ ਭਾਈ ਅੰਦਰ ਸਰੋਪਾ ਲੈਣ। ਬੜੀ ਵੱਡੀ ਦੀਵਾਰ ਹੈ ਜੇਲ੍ਹ ਵਰਗੀ, ਉਹ ਬਾਹਰ ਬੈਠੇ ਸੀ, ਉਹ ਅੰਦਰ 2 ਬੰਦੇ ਵੜਦੇ ਸੀ। ਅੰਦਰ ਮਹਾਰਾਜ ਦੇ ਸਿੰਘ ਬੈਠੇ ਹੁੰਦੇ ਸੀ, ਤੇਲ ਦਾ ਵੱਡਾ ਸਾਰਾ ਕੜਾਇਆ ਗਰਮ ਕੀਤਾ ਹੋਇਆ ਸੀ, ਜਿਹੜਾ ਆਉਂਦੇ ਮੂੰਹ ਬੰਨ੍ਹ ਕੇ ਵਿੱਚ ਸੁੱਟ ਦਿੰਦੇ ਸੀ, ਤਲ ਕੇ ਬਾਹਰ ਸੁੱਟ ਦਿੰਦੇ ਸੀ। ਇੱਦਾਂ ਮਹਾਰਾਜ ਨੇ ਰਾਮ ਰਾਈਏ ਮਸੰਦਾਂ ਨੂੰ ਸਰੋਪੇ ਦਿੱਤੇ, ਸਾੜ ਕੇ ਖਤਮ ਕਰ ਦਿੱਤਾ। ਤੇ ਜਦੋਂ ਮਸੰਦ ਸਾਰੇ ਸਾੜ ਦਿੱਤੇ, ਉੱਥੇ ਦੇਹਰਾਦੂਨ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਸਾਹਿਬ ਮਸੰਦਾਂ ਨੂੰ ਸੋਧਾ ਲਾ ਕੇ, ਜਿਹੜੇ ਚੰਗੇ ਸੀ ਉਹਨਾਂ ਨੂੰ ਬਖਸ਼ ਦਿੱਤਾ, ਪਰ ਜਿਹੜੇ ਕਰਪਟ ਸੀਗੇ ਉਹਨਾਂ ਨੂੰ ਸੋਧਾ ਲਾ ਦਿੱਤਾ। ਤੇ ਉਸ ਤੋਂ ਬਾਅਦ ਸਤਿਗੁਰੂ 10ਵੇਂ ਪਾਤਸ਼ਾਹ ਜੀ ਵਾਪਸ ਆ ਗਏ। ਅਗਲੇ ਸਾਲ ਬਰਸੀ ਆਈ ਰਾਮ ਰਾਏ ਦੀ ਸਾਲਾਨਾ। ਜਦੋਂ ਸਾਲਾਨਾ ਬਰਸੀ ਆਈ ਤੇ ਮਹਾਰਾਜ 10ਵੇਂ ਪਾਤਸ਼ਾਹ ਆਪ ਨਹੀਂ ਜਾ ਸਕੇ ਰਾਮ ਰਾਏ ਦੀ ਬਰਸੀ ਤੇ, ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਭੇਜ ਦਿੱਤਾ। ਭਾਈ ਮਨੀ ਸਿੰਘ ਜੀ ਉੱਥੇ ਗਏ ਕਿਉਂਕਿ ਉਹ ਪਰਿਵਾਰ ਜੋ ਇੱਕੋ ਸੀ, ਗੁਰੂ ਦਾ ਸੀਗਾ। ਤੇ ਰਾਮ ਰਾਏ ਦੀ ਬਰਸੀ ਤੇ ਕੀਰਤਨ ਹੋਇਆ, ਕਥਾ ਹੋਈ। ਉਹਦੇ ਤੋਂ ਬਾਅਦ ਕੀ ਹੋਇਆ ਵੀ ਇੱਕ ਰਾਮ ਰਾਈਆ ਮਸੰਦ ਉੱਠਿਆ ਤੇ ਉਹ 10ਵੇਂ ਪਾਤਸ਼ਾਹ ਦੇ ਖਿਲਾਫ ਬੋਲਣ ਲੱਗ ਪਿਆ। ਉਹਨੇ
ਮਹਾਰਾਜ ਦੇ ਖਿਲਾਫ, ਕਲਗੀਧਰ ਦੀ ਸ਼ਾਨ ਦੇ ਖਿਲਾਫ ਬੜੇ ਕੋਝੇ ਜਿਹੇ ਭੈੜੇ ਜਿਹੇ ਸ਼ਬਦ ਜਦੋਂ ਬੋਲੇ ਨਾ, ਭਾਈ ਮਨੀ ਸਿੰਘ ਬੈਂਚ ਤੇ ਬੈਠੇ ਬੈਠੇ ਉਹਨੂੰ ਚੁੱਕ ਲਿਆ, ਉਹਨੂੰ ਇੱਦਾਂ ਚੁੱਕ ਕੇ ਉੱਪਰ ਤੇ ਉਹਦੀ ਰੀੜ੍ਹ ਦੀ ਹੱਡੀ 'ਚ ਗੋਡਾ ਮਾਰਿਆ, ਉਹਦੀ ਰੀੜ੍ਹ ਦੀ ਹੱਡੀ ਤੋੜ ਕੇ ਤੇ ਉਹਨੂੰ ਸੁੱਟ ਦਿੱਤਾ। ਕਹਿੰਦੇ ਜਾ ਹੁਣ ਤੂੰ ਖਤਮ ਹੀ ਕਰ ਦਿੱਤਾ। ਇੰਨੇ ਬਲੀ ਵੀ ਸਨ ਭਾਈ ਮਨੀ ਸਿੰਘ। ਸੋ ਕਹਿੰਦੇ ਗੁਰੂ ਨਾਲ ਬਹੁਤ ਪਿਆਰ ਸੀ। ਇੱਥੇ ਲਿਖਿਆ ਪੁਜਾਰਨ ਸਿਰ ਵੱਡੋ ਪੁਜਾਰੀ, ਹੋਰ ਸਤਿਗੁਰ ਘਰ ਵੱਡ ਇਤਬਾਰੀ। ਗੁਰੂ ਘਰ ਨਾਲ ਬਹੁਤ ਪ੍ਰੇਮ ਸੀਗਾ। ਦੇਖੋ ਨਾ, ਜੇ ਗੁਰੂ ਦੀ ਨਿੰਦਾ ਸੁਣੀ ਤੇ ਉੱਥੇ ਹੀ ਉਹਨੂੰ ਝਟਕਾਤਾ, ਖਤਮ ਹੀ ਕਰਤਾ, ਗੋਡਾ ਮਾਰ ਕੇ ਉਹਦੀ ਰੀੜ੍ਹ ਦੀ ਹੱਡੀ ਭੰਨ ਦਿੱਤੀ, ਮਾਰ ਹੀ ਦਿੱਤਾ ਉਸ ਦੁਸ਼ਟ ਨੂੰ, ਮਸੰਦ ਨੂੰ। ਅਕਾਲ ਬੁੰਗੇ ਕੇ ਤਲਸੋ ਬੈਠੇ। ਇਸ ਤਰ੍ਹਾਂ ਦੇ ਭਾਈ ਮਨੀ ਸਿੰਘ ਸਹੀ ਸ੍ਰੀ ਅਕਾਲ ਤਖਤ ਸਾਹਿਬ ਹੁਣ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਤੇ ਮਾਤਾ ਸੁੰਦਰੀ ਜੀ ਨੇ ਹਰਿਮੰਦਰ ਸਾਹਿਬ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦੀ ਦਿੱਤੀ ਉਹਨਾਂ ਨੂੰ, ਉਹ ਅਕਾਲ ਬੁੰਗੇ ਬੈਠ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸੀ। ਖਤਾਦਾਰ ਕੇ ਕੰਨ ਸੋ ਐਠੇ। ਜੇ ਕੋਈ ਗਲਤੀ ਕਰਦਾ ਸੀ, ਖਤਾ ਕਰਦਾ ਤੇ ਕੰਨ ਖਿੱਚ ਦਿੰਦੇ ਸੀ ਚੰਗੇ। ਪੰਜਾਂ ਪਿਆਰਿਆਂ ਵਿੱਚ ਉਹਨਾਂ ਦੀ ਰਾਏ ਲਈ ਜਾਂਦੀ ਸੀ। ਅਕਾਲ ਤਖਤ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਇਹ ਸਾਰੇ ਸਿਆਣੇ ਸਿੰਘ ਮੁਖੀ ਜੋ ਕਹਿੰਦੇ ਸੀ ਪੰਥ ਮੰਨਦਾ ਸੀ। ਦੋਹਰਾ ਮਣੀ ਸਿੰਘ ਕਿਛ ਦਿਲ ਆਈ, ਬੀੜ ਗੰਤ ਦਈ ਹਲਾਏ। ਭਾਈ ਮਨੀ ਸਿੰਘ ਦੇ ਮਨ 'ਚ ਇੱਕ ਫੁਰਨਾ ਆਇਆ। ਉਹ ਫੁਰਨਾ ਤਾਂ ਭਲੇ ਵਾਸਤੇ ਆਇਆ, ਪਰ ਕਈ ਵਾਰੀ ਨਾ ਭਲੇ ਦੀ ਗੱਲ ਵੀ ਪੁੱਠੀ ਪੈ ਜਾ ਕਰਦੀ ਹੈ। ਕੁਦਰਤ ਹੁੰਦੀ ਕਰਾਂਦੀ ਹੈ ਪਰਮੇਸ਼ਰ ਦੀ। ਭਾਈ ਮਨੀ ਸਿੰਘ ਦੇ ਮਨ 'ਚ ਫੁਰਨਾ ਆਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਜਿਹੜੀਆਂ ਨੇ ਉਹ ਸੌਖੇ ਤਰੀਕੇ ਨਾਲ ਲੋਕਾਂ ਨੂੰ ਪੜ੍ਹਨ ਵਾਸਤੇ ਪੋਥੀਆਂ ਬਣਾ ਦਈਏ। ਭਾਈ ਮਨੀ ਸਿੰਘ ਨੇ ਪੋਥੀਆਂ ਬਣਾਤੀਆਂ। ਕਿਹੜੀਆਂ? 5 ਗ੍ਰੰਥੀ, ਜਿਹਦੇ 'ਚ ਜਪਜੀ ਸਾਹਿਬ, ਸ਼ਬਦ ਹਜ਼ਾਰੇ, ਰਹਿ ਰਾਸ, ਕੀਰਤਨ ਸੋਹਲਾ, ਆਨੰਦ ਸਾਹਿਬ, ਦੱਖਣੀ ਓਂਕਾਰ, ਸਿੱਧ ਗੋਸ਼ਟ, 52 ਅੱਖਰੀ, ਸੁਖਮਨੀ ਸਾਹਿਬ ਦੇ ਆਸਾ ਦੀ ਵਾਰ, ਇਹ ਬਾਣੀਆਂ, ਇਹਨੂੰ 5 ਗ੍ਰੰਥੀ ਕਹਿੰਦੇ। ਤੇ ਇੱਕ ਉਹਨਾਂ ਨੇ ਫਿਰ 22 ਵਾਰਾਂ ਦੀ ਪੋਥੀ ਬਣਾਤੀ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਸ੍ਰੀ ਰਾਗ ਤੋਂ ਲੈ ਕੇ ਕਾਨੜੇ ਦੀ ਵਾਰ ਤੱਕ ਵਾਰਾਂ ਨੇ 22, ਉਹ ਸਾਰੀਆਂ ਦੀ ਪੋਥੀ ਇਕੱਠੀ ਕਰਤੀ ਵੀ ਜੇ ਪਾਠੀ ਬੱਚੇ ਵਿਦਿਆਰਥੀ ਪੜ੍ਹਨਗੇ, ਪਹਿਲਾਂ ਇੱਕ ਤਰ੍ਹਾਂ ਦੀ ਬਾਣੀ ਪੜ੍ਹਨਗੇ, ਉਹਦਾ ਮੁਹਾਵਰਾ ਚੱਲ ਜਾਏਗਾ, ਫਿਰ ਦੂਜੀ ਤਰ੍ਹਾਂ ਦੀ, ਤੀਸਰੀ ਉਹਨਾਂ ਨੇ ਭਗਤਾਂ ਦੀ ਬਾਣੀ ਬਣਾ ਦਿੱਤੀ। ਭਗਤਾਂ ਦੀ ਬਾਣੀ 5 ਗ੍ਰੰਥੀ 22 ਵਾਰਾਂ, ਇਹ ਪੋਥੀਆਂ ਹੁਣ ਆਪਾਂ ਬਾਜ਼ਾਰ 'ਚੋਂ ਮਿਲਦੀਆਂ, ਸਿੰਘ ਪੜ੍ਹਦੇ ਆ, ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਟਕਸਾਲਾਂ 'ਚ। ਇਹ ਭਾਈ ਮਨੀ ਸਿੰਘ ਨੇ ਪਰਉਪਕਾਰ ਲਈ ਕੀਤਾ। ਉਹਨਾਂ ਨੇ ਫਿਰ ਇੱਕ ਬੀੜ ਐਸੀ ਤਿਆਰ ਕੀਤੀ ਜਿਹਦੇ 'ਚ ਆਦਿ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੋਵੇਂ ਇਕੱਠੇ ਕਰ ਦਿੱਤੇ। ਉਹ ਹੁਣ ਦਿੱਲੀ, ਉਹ ਬੀੜ ਮਹਾਰਾਜਾ ਸਰਦਾਰ ਗੁਲਾਬ ਸਿੰਘ ਜੀ ਸੇਠੀ ਹੋਏ ਆ, ਉਹਨਾਂ ਦੇ ਪਰਿਵਾਰ ਕੋਲ ਹੈ, ਹਨੂਮਾਨ ਰੋਡ ਦਿੱਲੀ ਦੇ, ਉੱਥੇ ਖਾਲਸਾ ਜੀ ਉਹ ਬੀੜ ਮੌਜੂਦ ਹੈ। ਅੱਜ ਕੱਲ੍ਹ ਕਈ ਕਿੰਤੂ ਪਰੰਤੂ ਵਾਲੇ ਦਸਮ ਤੇ ਕਿੰਤੂ ਕਰਦੇ, ਉਹ ਜਾ ਕੇ ਦੇਖ ਲਓ, ਭਾਈ ਮਨੀ ਸਿੰਘ ਦੇ ਹੱਥ ਦੀ ਲਿਖੀ ਹੋਈ ਬੀੜ ਹੈ ਉਹ। ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੋਥੀਆਂ ਜਦੋਂ ਬਣਾਈਆਂ ਤੇ ਪੰਥ ਖਾਲਸੇ ਦੇ ਜਿਹੜੇ ਪ੍ਰੇਮੀ ਸਿੰਘ ਜਜ਼ਬਾਤੀ ਸੀਗੇ ਨਾ, ਉਹਨਾਂ ਨੇ ਆਖਿਆ ਇਹ ਠੀਕ ਨਹੀਂ ਕੀਤਾ। ਭਾਈ ਮਨੀ ਸਿੰਘ ਜੀ, ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਕੱਟ ਦਿੱਤੇ ਆ, ਪੋਥੀਆਂ ਵੱਖਰੀਆਂ ਵੱਖਰੀਆਂ ਕਰਤੀਆਂ, ਇਹ ਤੁਸੀਂ ਠੀਕ ਨਹੀਂ ਕੀਤਾ। ਤਬ ਸਿੱਖ ਸੰਗਤ ਬਚ ਗਏ ਹੋ, ਹੋਰ ਬੰਦਵਾ ਤੁਝੈ ਤੁੜਾਏ। ਸਿੰਘ ਕਹਿਣ ਲੱਗੇ, ਪ੍ਰੇਮੀ ਸਿੰਘ ਬਾਣੀ ਦੇ, ਉਹ ਕਹਿੰਦੇ ਭਾਈ ਮਨੀ ਸਿੰਘ ਜੀ ਤੁਹਾਡੇ ਬੰਦ ਕੱਟੇ ਜਾਣਗੇ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋੜ ਦਿੱਤੀ ਹੈ, ਪੋਥੀਆਂ ਬਣਾਤੀਆਂ ਵਿੱਚੋਂ। ਇੱਕ ਉਹਨਾਂ ਨੇ ਨਿਯਮ ਇਹ ਉਸ ਬੀੜ ਦਾ ਕਰ ਦਿੱਤਾ ਵੀ ਸਾਰੇ ਰਾਗਾਂ 'ਚੋਂ ਬਾਣੀ ਕੱਢ ਕੇ ਨਾ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਲਿਖ ਦਿੱਤੀ, ਫਿਰ ਦੂਸਰੇ ਗੁਰੂਆਂ ਦੀ ਵਾਰੀ ਲਿਖ ਦਿੱਤੀ। ਯਾਨੀ ਜਿਵੇਂ ਰਾਗਾਂ 'ਚ ਬਾਣੀ ਆਉਂਦੀ ਇੱਦਾਂ ਨਹੀਂ ਰਹਿਣ ਦਿੱਤੀ, ਉਹਨਾਂ ਗੁਰੂ ਦੇ ਅਨੁਸਾਰ ਕਰਮ ਕਰ ਦਿੱਤਾ, ਰਾਗ ਦੇ ਅਨੁਸਾਰ ਕਰਮ ਨਹੀਂ ਕੀਤਾ। ਇਹ ਜਦੋਂ ਬਚਨ ਭਾਈ ਮਨੀ ਸਿੰਘ ਨੇ ਕੀਤਾ, ਇਹਦਾ ਕੀਤਾ ਸੀ ਭਲੇ ਵਾਸਤੇ ਵੀ ਸੰਗ ਜਿਹੜੇ ਆ ਉਹ ਸੰਚੀਆਂ ਤੋਂ ਪੋਥੀਆਂ ਤੋਂ ਪਾਠ ਸਿੱਖ ਲਿਆ ਕਰਨਗੇ। ਪਰ ਸਿੰਘ ਪੰਥ ਖਾਲਸਾ ਜਿਹੜਾ ਹੈ ਉਹ ਕਈ ਵਾਰੀ ਬਹੁਤ ਜਜ਼ਬਾਤੀ ਹੋ ਜਾਂਦਾ। ਸਿੰਘਾਂ ਨੇ ਸ਼ਰਾਪ ਹੀ ਦੇ ਦਿੱਤਾ, ਕਹਿਣ ਲੱਗੇ ਤੇਰੇ ਬੰਦ ਕੱਟੇ ਜਾਣ ਮਨੀ ਸਿੰਘ, ਤੂੰ ਗੁਰਬਾਣੀ ਦੇ ਬੰਦ ਕੱਟ ਦਿੱਤੇ ਆ। ਹਾਂਜੀ, ਜਿਮ ਗੁਰੂ ਗ੍ਰੰਥ ਬੰਦ ਹਿਲਾਇਆ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਵੇਂ ਬੰਦ ਹਿਲਾ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਗੁਰੂ ਅਰਜਨ ਦੇਵ ਜੀ ਵਾਲੀ ਤੋੜ ਦਿੱਤੀ ਹੈ। ਤਿਮ ਤੁਮ ਬੰਦ ਹੋ ਕਟਾਇਆ। ਇਹ ਤਾਂ ਭਾਈ ਮਨੀ ਸਿੰਘ ਤੁਹਾਡੇ ਬੰਦ ਕੱਟੇ ਜਾਣਗੇ।
ਸਿੱਖ ਸੰਗਤ ਇਮ ਦੀਨੋ ਸਰਾਪ। ਇਹ ਤਾਂ ਸਿੱਖ ਸੰਗਤ ਨੇ, ਪੰਥ ਖਾਲਸੇ ਨੇ ਸਰਾਪ ਹੀ ਦੇਤਾ। ਸਿੰਘਾਂ ਦਾ ਗੁਰਮਤਾ ਜੋ ਬਣ ਗਿਆ ਵੀ ਇਹ ਠੀਕ ਨਹੀਂ ਹੈ। ਤੇ ਸਿੰਘਾਂ ਦੀ ਹੁਣ ਜਿਹੜੀ ਗੱਲ ਪੰਥ ਖਾਲਸਾ ਬੋਲ ਦਵੇ ਨਾ, ਸੰਗਤ ਬੋਲ ਦਵੇ, ਗੁਰੂ ਨੂੰ ਹੀ ਮੰਨਣੀ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਆਪ 20 ਬਿਸਵੇ ਕਹਿੰਦੇ, ਸੰਗਤ ਨੂੰ 21 ਬਿਸਵੇ ਦਾ ਰੁਤਬਾ ਦਿੱਤਾ ਹੈ। ਸੋ ਸੰਗਤ ਦਾ ਇਹ ਸਰਾਪ ਭਾਈ ਮਨੀ ਸਿੰਘ ਜੀ ਨੂੰ ਲੱਗਿਆ। ਮਣੀ ਸਿੰਘ ਸੋ ਲਾਗਿਓ ਪਾਪ। ਭਾਈ ਮਨੀ ਸਿੰਘ ਜੀ ਨੂੰ ਤੁਹਾਨੂੰ ਇਹ ਪਾਪ ਲੱਗੇਗਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਤੋੜੀ ਹੈ। ਤਬੀ ਮਣੀ ਸਿੰਘ ਯੂੰ ਸੁਣ ਲਈ। ਇਹ ਸੁਣ ਕੇ ਬਚਨ ਭਾਈ ਮਨੀ ਸਿੰਘ ਜੀ ਸੋਚਾਂ 'ਚ ਪੈ ਗਏ। ਸੁਣਤ ਬਚਨ ਤਿਸ ਚਿੰਤਾ ਪਈ। ਚਿੰਤਾ ਹੋਈ ਵੀ ਮੈਂ ਕੀ ਕਰ ਬੈਠਾ, ਖਾਲਸਾ ਨਾਰਾਜ਼ ਕਰ ਲਿਆ। ਪੰਥ ਦੀਆਂ ਤਾਂ ਮੈਂ ਖੁਸ਼ੀਆਂ ਲੈਣੀਆਂ ਚਾਹੁੰਦਾ ਸੀ, ਪੰਥ ਉਲਟਾ ਮੇਰੇ ਨਾਲ ਨਾਰਾਜ਼ ਹੋ ਗਿਆ। ਸੰਗਤ ਬਚਨ ਸੋ ਖਾਲੀ ਨਾਹੀ। ਭਾਈ ਮਨੀ ਸਿੰਘ ਵਿਚਾਰ ਕਰਦੇ ਨੇ ਵੀ ਖਾਲਸੇ ਦਾ, ਸੰਗਤ ਦਾ ਬਚਨ ਖਾਲੀ ਨਹੀਂ ਜਾਣਾ। ਸਤ ਬਚਨ ਇਹ ਹਮ ਸਿਰ ਆਹੀ। ਭਾਈ ਮਨੀ ਸਿੰਘ ਪੰਥ ਅੱਗੇ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ ਜੀ ਸਤ ਬਚਨ, ਤੁਹਾਡਾ ਬਚਨ ਪੰਥ ਦਾ ਸਿਰ ਮੱਥੇ ਤੇ, ਮੇਰੇ ਬੰਦ ਕੱਟੇ ਜਾਣ ਮੈਨੂੰ ਮਨਜ਼ੂਰ ਹੈ। ਜੋੜ ਹਾਥ ਸੋ ਤੁਰਤ ਖਲੋਇਓ। ਸ੍ਰੀ ਅਕਾਲ ਤਖਤ ਸਾਹਿਬ ਪੰਥ ਖਾਲਸੇ ਦੀਵਾਨ ਸਜਿਆ ਸੀਗਾ। ਨਿਮਰਤਾ ਦੇ ਪੁੰਜ ਭਾਈ ਮਨੀ ਸਿੰਘ ਖਾਲਸੇ ਅੱਗੇ ਹੱਥ ਜੋੜ ਕੇ ਖਲੋ ਗਏ। ਕਰੋ ਅਨੁਗ੍ਰਹ ਜੋ ਹਮ ਸੋ ਹੋਇਓ। ਖਾਲਸਾ ਜੀ ਜੋ ਭੁੱਲ ਹੋ ਗਈ ਮੇਰੀ ਬਖਸ਼ੋ, ਮੈਨੂੰ ਕਿਰਪਾ ਕਰਕੇ ਇਹ ਮੇਰੇ ਤੇ ਕਿਰਪਾ ਕਰੋ। ਗੁਰ ਸੰਗਤ ਸੰਗਤ ਗੁਰ ਆਹੀ। ਗੁਰੂ ਸੰਗਤ ਵਿੱਚ ਹੈ, ਸੰਗਤ ਗੁਰੂ ਦਾ ਰੂਪ ਹੈ, ਕੋਈ ਫਰਕ ਨਹੀਂ। ਮੈਨੂੰ ਤੁਸੀਂ ਗੁਰੂ ਦਾ ਰੂਪ ਨਜ਼ਰ ਆਉਂਦੇ ਹੋ। ਗੁਰ ਸੰਗਤ ਮੈਂ ਭੇਦ ਕਿਛ ਨਾਹੀ। ਗੁਰੂ ਔਰ ਗੁਰੂ ਕੀ ਸੰਗਤ ਕੋਈ ਭੇਦ ਨਹੀਂ ਹੈ। ਸੰਗਤ ਬਚਨ ਹਮੈ ਸਿਰ ਧਰਿਓ। ਆਪ ਜੀ ਦਾ ਖਾਲਸੇ ਦਾ ਬਚਨ ਮੇਰੇ ਸਿਰ ਮੱਥੇ ਤੇ ਹੈ। ਸੋ ਮੈਂ ਚਾਹਿਓ ਅਬ ਬਰ ਕਰਿਓ। ਉਹ ਬਚਨ ਮੈਂ ਸਿਰ ਮੱਥੇ ਤੇ ਪ੍ਰਵਾਨ ਕਰਦਾ ਹਾਂ। ਮੈਨੂੰ ਜੋ ਬੰਦ ਕੱਟਣ ਦੀ ਸਜ਼ਾ ਦੇਣੀ ਹੈ ਖਾਲਸੇ ਨੇ, ਉਹ ਮੈਂ ਪ੍ਰਵਾਨ ਕਰਦਾ ਹਾਂ। ਮੇਰੀ ਸਿੱਖੀ ਸਾਬਤ ਰਹਿ। ਭਾਈ ਮੇਰੀ ਅਰਦਾਸ ਕਰੋ ਵੀ ਜਦੋਂ ਮੇਰੇ ਬੰਦ ਕੱਟੇ ਜਾਣ, ਉਦੋਂ ਮੇਰੀ ਸਿੱਖੀ ਸਿਦਕ ਨਿਭ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਸਾਬਤ ਰਹਿ ਜਾਵੇ, ਬੰਦ ਬੇਸ਼ੱਕ ਕੱਟੇ ਜਾਣ। ਬੰਦ ਕਾਟਤ ਨੈ ਦੁਖ ਹੈ। ਬੰਦ ਕੱਟੇ ਜਾਣ, ਮੈਨੂੰ ਦੁੱਖ ਨਹੀਂ ਕੁਛ ਦਾ, ਉਹਦੀ ਮੈਨੂੰ ਪੀੜਾ ਨਾ ਹੋਵੇ। ਉਸ ਪੀੜਾ ਨੂੰ ਵੇਖ ਕੇ ਮੈਂ ਡੋਲ ਨਾ ਜਾਵਾਂ, ਉਦੋਂ ਕਿਤੇ ਮੇਰਾ ਮਨ ਘਬਰਾ ਨਾ ਜਾਵੇ। ਮੈਂ ਖੁਸ਼ੀ ਬੰਦ ਕਟਾ ਲਵਾਂ ਤੇ ਮੇਰੀ ਸਿੱਖੀ ਨਿਭ ਜਾਵੇ। ਇਹ ਕਿਰਪਾ ਕਰੋ ਖਾਲਸਾ ਜੀ। ਸਿੱਖੀ ਮੈਂ ਕਿਛ ਭੰਗ ਨਾ ਪਵੈ। ਕੋਈ ਸਿੱਖੀ 'ਚ ਭੰਗ ਨਾ ਪਵੇ, ਮਰਿਆਦਾ ਮੇਰੀ ਟੁੱਟੇ ਨਾ, ਗੁਰੂ ਨਾਲੋਂ ਮੇਰੀ ਪ੍ਰੀਤ ਨਾ ਟੁੱਟੇ। ਤੇ ਸੀਸ ਤੁਰਕਨ ਸਿਰ ਪਵੈ। ਮੇਰਾ ਸੀਸ ਤੁਰਕਾਂ ਦੇ ਸਿਰ ਲੱਗ ਜਾਵੇ। ਲੱਗਣਾ ਤਾਂ ਹੈ ਹੀ ਹੈ, ਕਿਉਂਕਿ ਭਾਈ ਮਨੀ ਸਿੰਘ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਸਨ। ਉਹਨਾਂ ਦਾ ਦਾਦਾ ਸ਼ਹੀਦ, ਉਹਨਾਂ ਦੇ ਭਰਾ ਭਾਈ ਦਿਆਲਾ ਜੀ ਵਰਗੇ ਦੇਗਾਂ ਜੁਬਲੇ ਹੋਣ। ਭਾਈ ਮਾਨ ਸਿੰਘ ਜੀ ਨਿਹੰਗ ਸਿੰਘ 10ਵੇਂ ਪਾਤਸ਼ਾਹ ਦੇ ਨਾਲ ਮਾਛੀਵਾੜੇ ਦੇ ਜੰਗਲਾਂ 'ਚ ਗਏ ਨੇ, ਉਹ ਵੀ ਸੱਕੇ ਭਰਾ ਸਨ ਭਾਈ ਮਨੀ ਸਿੰਘ ਹੋਰਾਂ ਦੇ। ਇੱਦਾਂ ਇਹ ਸਾਰੇ ਸਿੰਘ ਜਿਹੜੇ ਸ਼ਹੀਦਾਂ ਦਾ ਪਰਿਵਾਰ ਅੱਗੋਂ ਪੁੱਤਰ ਸ਼ਹੀਦ, ਸਾਰਾ ਪੋਤਰੇ ਵੀ ਸ਼ਹੀਦ ਹੋਏ। ਉਹ ਬੁੱਢਾ ਬਜ਼ੁਰਗ ਜਿਹਨੇ ਆਪਣੇ ਪਰਿਵਾਰ ਦੇ 60 ਜੀ ਸ਼ਹੀਦ ਕਰਾਏ, ਉਹਨੂੰ ਆਪ ਮੌਤ ਤੋਂ ਡਰਨ ਵਾਲਾ ਤਾਂ ਨਹੀਂ ਸੀ। ਕਹਿੰਦਾ ਖਾਲਸਾ ਜੀ ਜਦੋਂ ਸ਼ਹੀਦੀ ਆਵੇ ਸਮਾਂ ਮੈਂ ਖੁਸ਼ੀ ਨਾਲ ਸ਼ਹੀਦੀ ਪਾਵਾਂ, ਤੁਰਕਾਂ ਦੇ ਸਿਰ ਆਪਣੀ ਦੇਹ ਲਾ ਕੇ ਜਾਵਾਂ, ਪਰ ਮੇਰੇ ਤੇ ਇੰਨੀ ਕਿਰਪਾ ਰੱਖਿਆ ਜੇ ਮੈਂ ਸਿੱਖੀ ਸਿਦਕ ਤੋਂ ਨਾ ਡੋਲਾਂ। ਤੇ ਕਟਨ ਮੈਂ ਦੁੱਖ ਨਾ ਮਾਨੋ। ਮੇਰੀ ਦੇਹ ਕੱਟੀ ਜਾਵੇ, ਮੇਰੇ ਬੰਦ ਕੱਟੇ ਜਾਣ, ਮੈਂ ਦੁੱਖ ਨਾ ਮੰਨਾਂ। ਸਿੱਖੀ ਰਹਿ ਮੈਂ ਵੱਡ ਸੁਖ ਜਾਨੋ। ਸਿੱਖੀ ਸਿਦਕ ਰਹਿ ਜਾਵੇ, ਬਸ ਇਹੀ ਮੈਨੂੰ ਸੁੱਖ ਮਿਲੇਗਾ। ਇਹ ਅਰਦਾਸ ਕਰੋ। ਤਾਂ ਫਿਰ ਖਾਲਸੇ ਨੇ ਅਰਦਾਸ ਕੀਤੀ, ਕਹਿਣ ਲੱਗੇ ਮਹਾਰਾਜ ਭਾਈ ਮਨੀ ਸਿੰਘ ਜਿਨ੍ਹਾਂ ਦਾ ਸਿਦਕ ਨਿਭਾ ਦੇਣਾ, ਪੰਥ ਦੀ ਆਸ਼ੀਰਵਾਦ ਹੋਊ। ਇੱਕ ਪਾਸੇ ਸਰਾਪ ਹੋਇਆ ਵੀ ਤੇਰੇ ਬੰਦ ਕੱਟੇ ਜਾਣ, ਦੂਜੇ ਪਾਸੇ ਪੰਥ ਦਾ ਵਾਰ ਹੋਇਆ ਵੀ ਤੇਰੀ ਸਿੱਖੀ ਨਿਭ ਜਾਏਗੀ। ਸੋ ਐਸੇ ਭਾਈ ਸਾਹਿਬ ਮਨੀ ਸਿੰਘ ਨੂੰ ਬਚਨ ਹੋਏ ਨੇ। ਹੁਣ ਬਹਾਨਾ ਸ਼ਹੀਦੀ ਦਾ ਬਣੇਗਾ ਦੀਪਮਾਲਾ ਦਾ ਮੇਲਾ। ਭਾਈ ਸਾਹਿਬ ਉਹਦੇ ਵਾਸਤੇ ਆਪਣੀ ਜਾਨ ਸ੍ਰੀ ਅੰਮ੍ਰਿਤਸਰ ਦੇ ਮੇਲੇ ਵਾਸਤੇ ਵਾਰ ਦੇਣਗੇ। ਗੁਰੂ ਖਾਲਸੇ ਪੰਥ ਦੀ ਸ਼ਾਨ ਬਰਕਰਾਰ ਕਰਨ ਲਈ ਉਹ ਕਥਾ ਆਪਾਂ ਸੁਣਾਂਗੇ ਅਗਲੇ ਪ੍ਰਕਰਣਾਂ ਵਿੱਚ। ਹੇ ਗੋਬਿੰਦ, ਹੇ ਗੋਪਾਲ,